ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਵਾਹਿਗੁਰੂ। ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ। ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ। ਜਪਿਹੁ ਸਾਰਿਗ ਪਾਣੀ, ਕਹੈ ਨਾਨਕ ਸਦਾ ਗਾਵਹੁ। ਇਹ ਸੱਚੀ ਬਾਣੀ, ਧੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਵਾਹ ਵਾਹ ਬਾਣੀ ਨਿਰੰਕਾਰ ਹੈ। ਤਿਸ ਜੇ ਵਡਿਆਵਰ ਨਾ ਕੋਇ। ਵਾਹ ਵਾਹ ਅਗਮ ਅਥਾਹੁ ਹੈ। ਵਾਹ ਵਾਹ ਸੱਚਾ ਸੋਇ। ਸੱਜਣ ਸੱਚਾ ਬਾਦਸ਼ਾਹੁ, ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਸ਼ਰਵਣਹੁ ਮੇਰੇ ਹੋ, ਸਾਚੈ ਸੁਨਨੈ ਨ ਪਠਾਈ। ਸਾਚੈ ਸੁਨਨੈ ਨ ਪਠਾਈ। ਸਰੀਰ ਲਾਈ ਸੁਣਹੁ ਸਤਿ ਬਾਣੀ। ਜਿਤ ਸੁਣੀ ਮਨ ਤਨ ਹਰਿਆ, ਰਸਨਾ ਰਸ ਸਮਾਣੀ। ਏ ਸ਼ਰਵਣਹੁ ਮੇਰੇ ਹੋ, ਸਾਚੈ ਸੁਨਨਾ ਨ ਪਠਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਜਾਹਰ ਜਹੂਰ, ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੀ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਅੰਮ੍ਰਿਤ ਬਾਣੀ ਦੇ ਅੰਦਰ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, 922 ਅੰਗ ਤੇ ਸ੍ਰੀ ਆਨੰਦ ਸਾਹਿਬ ਜੀ ਦੀ
ਬਾਣੀ ਦੇ ਅੰਦਰ ਇਹ 37ਵੀਂ ਪੌੜੀ ਹੈ, ਜਿਸ ਦੀਆਂ ਅਸੀਂ ਆਰੰਭ ਵਾਲੀਆਂ ਪਵਿੱਤਰ ਪੰਕਤੀਆਂ ਸਰਵਣ ਕੀਤੀਆਂ ਹਨ। ਔਰ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਸਰਵਣਾਂ ਨੂੰ, ਕੰਨਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਆਪਣੀ ਪਵਿੱਤਰ ਰਸਨਾ ਤੋਂ ਆਨੰਦ ਦੇਣ ਵਾਲੀ, ਜੀਵਨ ਮੁਕਤੀ ਦਾ ਆਨੰਦ ਬਖਸ਼ਣ ਵਾਲੀ ਇਹ ਪਵਿੱਤਰ ਬਾਣੀ, ਆਨੰਦ ਦੀ ਦਾਤੀ ਸ੍ਰੀ ਆਨੰਦ ਸਾਹਿਬ ਬਾਣੀ ਉਚਾਰਨ ਕੀਤੀ ਹੈ, ਜਿਸ ਦੀਆਂ 40 ਪੌੜੀਆਂ ਹਨ ਸੰਪੂਰਨ। ਔਰ ਇੱਕ ਇੱਕ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਮਹਾਨ ਹੀ ਮਹਾਨ ਉਪਦੇਸ਼ ਬਖਸ਼ਿਆ ਹੈ। ਸਰੀਰ ਦੇ ਵੱਖ-ਵੱਖ ਅੰਗਾਂ ਨੂੰ, ਇਹ ਗਿਆਨ ਇੰਦਰੀਆਂ ਨੂੰ ਸੰਬੋਧਨ ਹੋ ਕਰਕੇ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਦਿੱਤਾ ਹੈ। ਜਿਵੇਂ ਸਮੁੱਚੇ ਸਰੀਰ ਨੂੰ ਵੀ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਇਸੇ ਬਾਣੀ ਦੇ ਅੰਦਰ ਆਪਾਂ ਸਰਵਣ ਕੀਤਾ ਹੈ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿਤ ਲਾਇਆ। ਜਿੱਥੇ ਸਰੀਰ ਨੂੰ ਉਪਦੇਸ਼ ਦਿੱਤਾ ਹੈ, ਉਥੇ ਸਰੀਰ ਦੀਆਂ ਇਹ ਵੱਖ-ਵੱਖ ਜੋ ਗਿਆਨ ਇੰਦਰੇ ਹਨ, ਇਹਨਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ। ਰਸਨਾ ਨੂੰ ਵੀ ਉਪਦੇਸ਼ ਦਿੱਤਾ, ਇਹ ਰਸਨਾ ਤੂੰ ਅੰਦਰ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਅੱਖਾਂ ਨੂੰ ਵੀ ਉਪਦੇਸ਼ ਬਖਸ਼ਿਸ਼ ਕੀਤਾ ਇਸ ਬਾਣੀ ਦੇ ਅੰਦਰ। ਇਹ ਨੇਤਰਾ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖਾ ਹੋ ਕੋਈ। ਹਰ ਬਿਨ ਅਵਰ ਨਾ ਦੇਖਾ ਹੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਇਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜੋ ਇਹ ਪਵਿੱਤਰ ਉਪਦੇਸ਼ ਸਤਿਗੁਰੂ ਜੀ ਦਾ ਆਪਾਂ ਪਿੱਛੇ ਸਰਵਣ ਕੀਤਾ ਹੈ, ਤੋ ਅੱਜ ਦੀ ਇਸ ਪਵਿੱਤਰ ਪੌੜੀ ਅੰਦਰ ਸਤਿਗੁਰੂ ਜੀ ਕੰਨਾਂ ਨੂੰ ਉਪਦੇਸ਼ ਦੇ ਰਹੇ ਹਨ। ਜਿਵੇਂ ਗਰੀਬ ਨਵਾਜ ਬਖਸ਼ਿਸ਼ ਕਰਦੇ, ਸ਼ਰਧਾ ਭਾਵਨਾ ਆਦਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏ ਸ਼ਰਵਣ ਮੇਰੇ ਹੋ, ਸਾਚੈ ਸੁਨਨੈ ਨੂੰ ਪਠਾਏ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਆਪਣੇ ਸਰਵਣਾਂ ਨੂੰ, ਆਪਣੇ ਕੰਨਾਂ ਨੂੰ ਸੰਬੋਧਨ ਹੋ ਕਰਕੇ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਏ ਸ਼ਰਵਣ ਹੋ ਮੇਰੇ ਹੋ। ਸਰਵਣ ਨਾਮ ਐਸਾ ਸੰਗਤ ਜੀ ਕੰਨਾਂ ਦਾ, ਜੋ ਸੁਣਨ ਵਾਲੇ ਹਨ। ਤੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਹੇ ਮੇਰਿਓ ਸਰਵਣੋ, ਮੇਰਿਓ ਕੰਨੋ, ਸਾਚੈ ਸੁਨਨੈ ਨੋ ਪਠਾਏ। ਤੁਹਾਨੂੰ ਸੱਚ ਸੁਣਨ ਵਾਸਤੇ ਵਾਹਿਗੁਰੂ ਪਰਮੇਸ਼ਰ ਜੀ ਨੇ ਸੰਸਾਰ ਦੇ ਵਿੱਚ ਪਠਾਏ ਕਹੀਏ ਭੇਜਿਆ ਹੈ। ਪਠਾਏ ਨਾਮ ਹੈ ਭੇਜਣ ਦਾ, ਪਠਾਏ ਨਾਮ ਹੈ ਘੱਲਣ ਦਾ। ਤੁਹਾਨੂੰ ਪਠਾਇਆ ਹੈ, ਸੰਸਾਰ ਦੇ ਵਿੱਚ ਭੇਜਿਆ ਹੈ ਸੱਚ ਸੁਣਨ ਵਾਸਤੇ। ਤੁਸੀਂ ਸੱਚ ਸੁਣਨ ਵਾਸਤੇ ਆਏ ਹੋ ਸੰਸਾਰ ਦੇ ਵਿੱਚ। ਤਾਂ ਸੱਚ ਕੀ ਹੈ?
ਸੱਚ ਹੈ ਵਾਹਿਗੁਰੂ, ਸੱਚ ਹੈ ਅਕਾਲ ਪੁਰਖ ਪਰਮਾਤਮਾ। ਜਿਸ ਸੱਚ ਨੂੰ ਕੋਈ ਰਾਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਗੁਸਈਆਂ ਕਹਿੰਦਾ ਹੈ, ਕੋਈ ਬੀਠਲ ਕਹਿੰਦਾ ਹੈ, ਕੋਈ ਦਮੋਦਰ ਕਹਿੰਦਾ ਹੈ, ਕੋਈ ਗੋਬਿੰਦ ਕਹਿੰਦਾ ਹੈ, ਕੋਈ ਗੋਪਾਲ ਕਹਿੰਦਾ ਹੈ, ਉਸੇ ਸੱਚ ਨੂੰ ਵਾਹਿਗੁਰੂ ਆਖਿਆ ਜਾਂਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਤੇ ਉਸ ਨੂੰ ਸੱਚ ਕਿਉਂ ਆਖਿਆ? ਸੱਚ ਇਸ ਕਰਕੇ ਆਖਿਆ ਹੈ ਜੋ ਸਦੀਵੀ ਹੈ, ਸਦਾ ਰਹਿਣ ਵਾਲਾ, ਸਦਾ ਰਹਿਣ ਵਾਲਾ। ਹੋਰ ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਮਹਾਰਾਜ ਬਾਕੀ ਸਭ ਕੁਝ ਨੂੰ ਕੂੜ ਕਹਿੰਦੇ ਹਨ। ਕੂੜ। ਜੋ ਸੱਚ ਹੈ ਤੇ ਸੱਚ ਦੇ ਬਰਾਬਰ ਫਿਰ ਝੂਠ ਹੈ। ਸੱਚ ਦਾ ਵਿਰੋਧੀ ਸ਼ਬਦ ਕੂੜ ਹੈ, ਝੂਠ ਹੈ। ਜਿਵੇਂ ਖੁਸ਼ੀ ਦੇ ਬਰਾਬਰ ਗਮੀ ਹੈ, ਖੁਸ਼ੀ ਤੋਂ ਉਲਟ ਖੁਸ਼ੀ ਦਾ ਵਿਰੋਧੀ ਸ਼ਬਦ ਗਮੀ ਹੈ। ਜਿਵੇਂ ਸੁਖ ਦਾ ਵਿਰੋਧੀ ਸ਼ਬਦ ਦੁੱਖ ਹੈ, ਸੁਖ ਤੋਂ ਉਲਟ ਦੁੱਖ ਹੈ, ਖੁਸ਼ੀ ਤੋਂ ਉਲਟ ਗਮੀ ਹੈ, ਉਸਤਤੀ ਤੋਂ ਉਲਟ ਨਿੰਦਿਆ ਹੈ। ਇਸੇ ਤਰ੍ਹਾਂ ਸੱਚ ਤੋਂ ਦੂਸਰੇ ਪਾਸੇ ਫਿਰ ਝੂਠ ਹੈ। ਤਾਂ ਸੱਚ ਪਰਮੇਸ਼ਰ ਹੈ, ਸੱਚ ਪਰਮੇਸ਼ਰ ਨਿਤ ਨਵਾਂ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਆਦ ਸੱਚ ਤੋਂ ਕੀ ਭਾਵ ਹੋਇਆ? ਆਦ ਸ੍ਰਿਸ਼ਟੀ ਦਾ ਹੈ, ਆਦ ਰਚਨਾ ਦਾ ਹੈ, ਪਰ ਵਾਹਿਗੁਰੂ ਪਰਮੇਸ਼ਰ ਦਾ ਤੇ ਆਦ ਵੀ ਨਹੀਂ ਕਿਹਾ ਜਾ ਸਕਦਾ। ਕਹਿਣ ਮਾਤਰ ਕਿਹਾ ਜਾਂਦਾ ਹੈ। ਕਿਤੇ ਸਤਿਗੁਰੂ ਜੀ ਨੇ ਵਰਤੇ ਹਨ ਇਹ ਪਵਿੱਤਰ ਬਚਨ, ਪਰ ਮਹਾਰਾਜ ਸਾਹਿਬ ਕਹਿੰਦੇ ਉਹ ਸ੍ਰਿਸ਼ਟੀ ਦੇ ਆਦ ਤੋਂ ਪਹਿਲਾਂ ਵੀ ਸੱਚਾ ਹੈ। ਸੱਚੇ ਤੋਂ ਭਾਵ ਹੈ ਉਦੋਂ ਵੀ ਉਹ ਮੌਜੂਦ ਹੈ, ਹੋਂਦ ਵਾਲਾ ਹੈ। ਸੱਚ ਤੋਂ ਭਾਵ ਹੈ ਉਹ ਸਦਾ ਰਹਿਣ ਵਾਲਾ ਹੈ, ਉਹ ਕਾਇਮ ਦਾਇਮ ਹਸਤੀ ਹੈ। ਉਸ ਦੀ ਪਾਤਸ਼ਾਹੀ, ਉਸ ਦਾ ਰਾਜ ਭਾਗ ਸਦਾ ਕਾਇਮ ਰਹਿਣ ਵਾਲਾ ਹੈ। ਕਾਇਮ ਦਾਇਮ ਸਦਾ ਪਾਤਸ਼ਾਹੀ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਕਰਕੇ ਆਦ ਤੋਂ ਭਾਵ ਹੈ ਸ੍ਰਿਸ਼ਟੀ ਦੇ ਆਰੰਭ ਤੋਂ। ਸ੍ਰਿਸ਼ਟੀ ਦੇ ਆਰੰਭ ਦੇ ਵਿੱਚ ਵੀ ਉਹ ਸੱਚਾ ਹੈ। ਸ੍ਰਿਸ਼ਟੀ ਉਸੇ ਨੇ ਆਰੰਭ ਕੀਤੀ, ਸ੍ਰਿਸ਼ਟੀ ਦੀ ਉਤਪਤੀ ਉਸਨੇ ਕੀਤੀ ਹੈ। ਸੰਸਾਰ ਨੂੰ ਉਸ ਵਾਹਿਗੁਰੂ ਨੇ ਸਿਰਜਿਆ ਹੈ, ਤੇ ਜਦੋਂ ਸੰਸਾਰ ਨਹੀਂ ਸੀ ਸਿਰਜਿਆ ਉਦੋਂ ਵੀ ਉਹ ਸੱਚਾ ਸੀ, ਉਦੋਂ ਵੀ ਉਹ ਹੈ ਆਦ ਸੱਚ। ਫਿਰ ਉਹਨੇ ਯੁੱਗ ਪੈਦਾ ਕਰ ਦਿੱਤੇ, ਸਤਯੁਗ, ਤ੍ਰੇਤਾ, ਦੁਆਪੁਰ, ਕਲਯੁਗ। ਤੇ ਯੁੱਗਾਂ ਦੇ ਆਦ ਵਿੱਚ ਵੀ, ਯੁੱਗਾਂ ਦੇ ਮੁੱਢ ਵਿੱਚ ਵੀ, ਯੁੱਗਾਂ ਦੇ ਵਿੱਚ ਵਿਚਾਲੇ ਵੀ ਉਹ ਸੱਚਾ ਹੈ। ਯੁਗਾਦ ਸੱਚ। ਤੇ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ, ਵਰਤਮਾਨ ਸਮਾਂ, ਚੱਲਦਾ ਸਮਾਂ, ਇਹਦੇ ਵਿੱਚ ਵੀ ਉਹ ਹੋਂਦ ਵਾਲਾ ਹੈ, ਇਸ ਦੇ ਵਿੱਚ ਵੀ ਸੱਚਾ ਹੈ ਭੀ ਸੱਚ। ਤੇ ਜਿਹੜਾ ਸਮਾਂ ਅੱਗੇ ਆਵੇਗਾ, ਆਉਣ ਵਾਲੇ ਸਮੇਂ 'ਚ, ਭਵਿੱਖਤ ਸਮਾਂ, ਭਵਿੱਖਤ ਕਾਲ, ਉਸ ਆਉਣ ਵਾਲੇ ਸਮੇਂ ਵਿੱਚ ਵੀ ਨਾਨਕ ਹੋਸੀ ਭੀ ਸੱਚ। ਜਿਹੜਾ ਸਾਰਿਆਂ ਸਮਿਆਂ ਵਿੱਚ ਸੱਚਾ ਹੈ, ਮਹਾਰਾਜ ਕਹਿੰਦੇ ਵੀ ਉਸ ਸੱਚ ਨੂੰ ਸੁਣੋ। ਇਹ ਕੰਨੋ, ਉਸ ਸੱਚ ਨੂੰ ਸੁਣਨ ਵਾਸਤੇ ਤੁਹਾਨੂੰ ਸੰਸਾਰ ਵਿੱਚ ਭੇਜਿਆ ਹੈ। ਤੁਸੀਂ ਸੱਚ ਨੂੰ ਸੁਣੋ, ਵਾਹਿਗੁਰੂ ਨੂੰ ਸੁਣੋ। ਉਹ ਪ੍ਰਭੂ ਆਪ ਸੱਚਾ ਹੈ, ਉਸ ਦਾ ਨਾਮ ਸੱਚਾ ਹੈ, ਉਸ ਦੀ ਬਾਣੀ ਸੱਚੀ ਹੈ। ਇਸੇ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਿੱਥੇ ਆਰੰਭ ਵਾਲੀ ਪੰਕਤੀ 'ਚ ਆਖਿਆ ਨਾ ਵੀ ਸਰਵਣੋ
ਸੱਚ ਸੁਣੋ, ਤੁਹਾਨੂੰ ਸੱਚ ਸੁਣਨ ਵਾਸਤੇ ਭੇਜਿਆ ਸੰਸਾਰ ਦੇ ਵਿੱਚ। ਦੂਜੀ ਪੰਕਤੀ 'ਚ ਕਹਿਣਗੇ ਵੀ ਉਹ ਸੱਚ ਹੈ, ਸਤ ਬਾਣੀ। ਤੇ ਅਖੀਰਲੀ ਪੰਕਤੀ ਵਿੱਚ ਕਹਿਣਗੇ ਉਹ ਸੱਚ ਹੈ ਅੰਮ੍ਰਿਤ ਨਾਮ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ। ਸੱਚ ਹੈ ਸੁਣਨਾ ਨੋ ਪਠਾਏ। ਪ੍ਰਭੂ ਆਪ ਸੱਚਾ ਹੈ, ਉਹਦੀ ਬਾਣੀ ਸੱਚੀ ਹੈ, ਉਹਦਾ ਰੂਪ ਹੈ, ਉਸ ਦਾ ਨਾਮ ਸੱਚਾ ਹੈ, ਨਾਮ ਉਹਦਾ ਰੂਪ ਹੈ। ਉਹ ਆਪ ਉੱਚਾ ਹੈ ਤੇ ਉਹਨੇ ਆਪਣੇ ਨਾਲੋਂ ਵੀ ਆਪਣੇ ਨਾਮ ਨੂੰ ਜ਼ਿਆਦੀ ਮਹਾਨਤਾ ਦਿੱਤੀ ਹੋਈ ਹੈ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਪਰਮੇਸ਼ਰ ਤਾਂ ਉੱਚਾ ਹੈ ਹੀ, ਪਰਮੇਸ਼ਰ ਵਾਹਿਗੁਰੂ ਤਾਂ ਸੱਚਾ ਹੈ ਹੀ, ਉਹਦਾ ਨਾਮ ਵੀ ਸੱਚਾ ਹੈ ਤੇ ਉਸ ਦਾ ਨਾਮ ਉਹਦੇ ਨਾਲੋਂ ਵੀ ਉੱਚਾ। ਉੱਚੇ ਉੱਪਰ ਉੱਚਾ ਨਾਉ। ਉੱਚਾ ਹੈ ਪਰਮੇਸ਼ਰ ਤੇ ਪਰ ਉਸ ਉੱਚੇ ਨਾਲ ਉਹਦਾ ਨਾਮ ਉੱਚਾ ਹੈ। ਕਿਉਂਕਿ ਨਾਮ ਜਪ ਕਰਕੇ ਜੀਵ ਪਾਪੀਆਂ ਤੋਂ ਪਵਿੱਤਰ ਹੋ ਜਾਂਦੇ ਹਨ। ਨਾਮ ਜਪਣ ਕਰਕੇ ਜੀਵਾਂ ਦੇ ਔਗਣ ਕੱਟੇ ਜਾਂਦੇ ਆ, ਪਾਪ ਕੱਟੇ ਜਾਂਦੇ ਆ, ਬੁਰਾਈਆਂ ਕੱਟੀਆਂ ਜਾਂਦੀਆਂ, ਜੀਵਾਂ ਦੀ ਕਲਿਆਣ ਹੁੰਦੀ ਹੈ, ਜੀਵਾਂ ਦੇ ਬੰਧਨ ਕੱਟੇ ਜਾਂਦੇ, ਜੰਮਣਾ ਮਰਨਾ ਕੱਟਿਆ ਜਾਂਦਾ, ਜੀਵਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਨਾਮ ਜਪ ਕੇ। ਉਸ ਵਾਹਿਗੁਰੂ ਦਾ ਦਰਸ਼ਨ ਤਾਂ ਬਾਅਦ ਵਿੱਚ ਪ੍ਰਾਪਤ ਹੁੰਦਾ ਹੈ। ਪਹਿਲਾ ਨਾਮ ਪਾਪਾਂ ਨੂੰ ਕੱਟਦਾ ਹੈ, ਪਹਿਲਾਂ ਜੀਵਾਂ ਦੀ ਮੈਲ ਦੂਰ ਕਰਦਾ ਹੈ। ਨਾਮ ਪਹਿਲਾਂ ਹਿਰਦੇ ਦੀ ਸਫਾਈ ਕਰਦਾ ਹੈ। ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਮਨ ਨੂੰ, ਉਹ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਸਾਬਣ ਬਣ ਕੇ ਤੇ ਮਨ ਰੂਪੀ ਕੱਪੜੇ ਨੂੰ ਧੋ ਕੇ ਸਾਫ਼ ਕਰ ਦਿੰਦਾ ਹੈ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਵਾਹਿਗੁਰੂ ਪਰਮੇਸ਼ਰ ਦਾ ਨਾਮ ਇਸ ਕਰਕੇ ਉੱਚੇ ਨਾਲੋਂ ਵੀ ਉੱਚਾ ਹੈ। ਵਾਹਿਗੁਰੂ ਨੇ ਆਪਣੇ ਨਾਲੋਂ ਵੀ ਵੱਡਾ ਆਖਿਆ ਹੈ, ਕਿਉਂਕਿ ਨਾਮ ਜੀਵਾਂ ਦੀ ਮੈਲ ਲਾਉਂਦਾ ਹੈ, ਨਾਮ ਜੀਵਾਂ ਦੇ ਪਾਪ ਧੋਂਦਾ ਹੈ, ਨਾਮ ਜੀਵਾਂ ਦੇ ਔਗਣ ਦੂਰ ਕਰਦਾ ਹੈ, ਔਗਣ ਦੂਰ ਕਰਕੇ ਸ਼ੁਭ ਗੁਣ ਦਿੰਦਾ ਹੈ, ਮੈਲ ਕੱਟ ਕੇ ਪਵਿੱਤਰ ਬਣਾ ਦਿੰਦਾ ਹੈ। ਪਾਪੀਆਂ ਨੂੰ, ਔਗਣਾਂ ਵਾਲਿਆਂ ਨੂੰ ਇਹ ਸੰਤ ਭਗਤ ਗੁਰਮੁਖ ਬ੍ਰਹਮ ਗਿਆਨੀ ਬਣਾ ਦਿੰਦਾ ਹੈ ਨਾਮ। ਨਾਮ ਤਾਂ ਉੱਚੇ ਨਾਲੋਂ ਉੱਚਾ ਹੈ ਕਿਉਂਕਿ ਨਾਮ ਜਪ ਕੇ ਹੀ ਉੱਚੇ ਨਾਲ ਮਿਲਿਆ ਜਾ ਸਕਦਾ। ਨਾਮ ਮਿਲਾਉਣ ਵਾਲਾ ਉਸ ਉੱਚੇ ਦੇ ਨਾਲ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸ ਪਵਿੱਤਰ ਪੌੜੀ ਵਿੱਚ ਸੱਚੇ ਨੂੰ ਸੁਣਨ ਵਾਸਤੇ ਕਹਿ ਰਹੇ। ਇਸ ਕਰਕੇ ਸੱਚਾ ਵਾਹਿਗੁਰੂ ਹੈ ਤੇ ਸੱਚਾ ਉਹਦਾ ਨਾਮ ਹੈ। ਉਹਦੇ ਵਿੱਚ ਤੇ ਉਹਦੇ ਨਾਮ ਵਿੱਚ ਫਰਕ ਕੋਈ ਨਹੀਂ। ਜਿੱਥੇ ਨਾਮ ਦਾ ਵਾਸਾ ਹੈ, ਜਿੱਥੇ ਨਾਮ ਜਪਿਆ ਜਾਂਦਾ, ਉੱਥੇ ਵਾਹਿਗੁਰੂ ਦਾ ਆਪਣਾ ਵਾਸਾ ਹੈ। ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਉੱਥੇ ਵਾਹਿਗੁਰੂ ਜੀ ਦਾ ਆਪਣਾ ਵਾਸਾ ਹੈ। ਔਰ ਇਹ ਸਿਰਫ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਹਨ। ਇਹਨਾਂ ਤੇ ਨਿਸ਼ਚਾ ਕਰਨਾ ਪਵੇਗਾ, ਪੂਰਾ ਨਿਸ਼ਚਾ, ਭਰੋਸਾ। ਗੁਰੂ ਸਾਹਿਬਾਂ ਨੇ 10 ਹੀ ਸਰੂਪਾਂ ਦੇ ਵਿੱਚ ਨਾਮ ਦੀ ਕਿੱਡੀ ਵੱਡੀ ਮਹਾਨਤਾ ਦਰਸਾਈ ਹੈ। ਗੁਰੂ ਸਾਹਿਬਾਂ ਨੇ 239 ਸਾਲਾਂ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ 1469 ਈਸਵੀ 1526 ਬਿਕਰਮੀ ਸੰਮਤ ਕੱਤਕ ਦੀ ਪੁੰਨਿਆ ਨੂੰ ਪ੍ਰਕਾਸ਼ ਧਾਰ ਕੇ 1469 ਈਸਵੀ ਸਨ ਤੋਂ ਲੈ ਕੇ ਤੇ 1708 ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦਿੱਤੀ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ 239 ਸਾਲਾਂ ਦੇ ਵਿੱਚ ਨਾਮ ਦੀ ਕਿੰਨੀ ਮਹਾਨਤਾ ਦਰਸਾਈ ਹੈ। ਆਪਣੇ ਮੁਖ ਤੋਂ ਕਥਨ ਕੀਤੀ ਹੈ। ਇੱਕ ਇੱਕ ਸ਼ਬਦ ਦੇ ਵਿੱਚ, ਇੱਕ ਇੱਕ ਪੰਕਤੀ ਦੇ ਵਿੱਚ ਨਾਮ ਦੀ ਕਿੰਨੀ ਮਹਿਮਾ ਮਹਾਰਾਜ ਨੇ ਕਥਨ ਕੀਤੀ ਹੈ। ਬਾਣੀ ਦੀ ਕਿੰਨੀ ਮਹਾਨਤਾ ਦਰਸਾਈ ਹੈ ਸਤਿਗੁਰੂ ਜੀ ਨੇ। ਆਪਣੇ ਮੁਖ ਤੋਂ ਇਹ ਬਚਨ ਕਹੇ ਨਾ ਵੀ ਇਹ ਬਾਣੀ ਵਾਹਿਗੁਰੂ ਦੀ ਬਾਣੀ ਹੈ, ਇਹ ਬਾਣੀ ਖਸਮ ਦੀ ਬਾਣੀ ਹੈ, ਇਹ ਬਾਣੀ ਧੁਰ ਤੋਂ ਆਈ ਹੋਈ ਬਾਣੀ ਹੈ, ਇਹ ਬਾਣੀ ਸਤ ਸਰੂਪ ਹੈ, ਇਹ ਬਾਣੀ ਨਿਰੰਕਾਰ ਸਰੂਪ ਹੈ। ਇਸ ਬਾਣੀ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੋਈ ਨਹੀਂ ਹੈ। ਬਾਣੀ ਸਾਡੇ ਵਿੱਚ ਵਸਦੀ ਹੈ, ਅਸੀਂ ਬਾਣੀ ਵਿੱਚ ਵਸਦੇ ਹਾਂ। ਇਹ ਕਿਹਾ ਮਹਾਰਾਜ ਸਾਹਿਬ ਜੀ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੇ
ਗਿਆਨ ਵੇ ਲਾਲੋ। ਭਾਈ ਲਾਲੋ, ਇਹ ਮਾਲਕ ਦੀ ਬਾਣੀ, ਪ੍ਰਭੂ ਦੀ ਬਾਣੀ ਆ ਰਹੀ ਹੈ। ਧੁਰ ਕੀ ਬਾਣੀ ਆਈ, ਆਖਿਆ ਧੁਰੋਂ ਆਈ ਹੋਈ ਬਾਣੀ ਹੈ। ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ। ਹਰ ਨਾਨਕ ਸਾਚ ਵਖਾਨਾ। ਇਹ ਸੱਚ ਦਾ ਵਖਿਆਨ ਹੈ ਬਾਣੀ, ਇਹ ਸੱਚ ਬੋਲਿਆ ਹੋਇਆ ਹੈ, ਸੱਚ ਪਰਮੇਸ਼ਰ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਸਾਰੀ ਬਾਣੀ ਵਾਹਿਗੁਰੂ ਦਾ ਹੁਕਮ ਹੈ, ਪ੍ਰਭੂ ਦਾ ਹੁਕਮ ਹੈ। ਇਹ ਵਾਹਿਗੁਰੂ ਦਾ ਹੁਕਮਨਾਮਾ ਹੈ, ਪਰਮੇਸ਼ਰ ਵੱਲੋਂ ਇਹ ਆਗਿਆ ਜੋ ਆਈ ਹੈ, ਪ੍ਰਭੂ ਵੱਲੋਂ ਆਈ ਹੋਈ ਇਹ ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਸੱਚੀ ਬਾਣੀ ਹੈ, ਅਕਾਲੀ ਬਾਣੀ ਹੈ। ਫਿਰ ਚੌਥੇ ਸਰੂਪ ਵਿੱਚ ਆਖਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਹੈ ਤੇ ਗੁਰੂ ਬਾਣੀ ਰੂਪ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਕੀ ਬਾਣੀ ਜੋ ਕਹਿੰਦੀ ਹੈ ਉਹ ਸੇਵਕ ਜਨ ਮੰਨੇ ਤੇ ਬਾਣੀ ਪ੍ਰਤੱਖ ਸਤਿਗੁਰੂ ਅਤੇ ਬਾਣੀ ਤਾਰੇਗੀ। ਦਸਵੇਂ ਸਰੂਪ ਵਿੱਚ ਕਹਿ ਦਿੱਤਾ ਸੀ, ਖਾਲਸਾ ਜੀ ਅਸੀਂ ਆਪਣੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਕਰ ਦਿੱਤੀ ਹੈ। ਮਹਾਰਾਜ ਆਪ ਜੀ ਦੇ ਦਰਸ਼ਨ ਕਿਵੇਂ ਪ੍ਰਾਪਤ ਹੋਣਗੇ, ਆਪ ਜੀ ਦੇ ਅੰਮ੍ਰਿਤਮਈ ਬਚਨ ਕਿਵੇਂ ਸੁਣਿਆ ਕਰਾਂਗੇ। ਆਪ ਜੀ ਨੇ ਕਹਿ ਦਿੱਤਾ ਕਿ ਹੁਣ ਅਸੀਂ ਸੱਚਖੰਡ ਚੱਲੇ ਹਾਂ। ਮਹਾਰਾਜ ਤੁਸੀਂ ਭਾਣਾ ਵਰਤਾਉਣ ਲੱਗੇ ਹੋ ਤੇ ਅਸੀਂ ਆਪ ਜੀ ਦੇ ਸੱਚੇ ਬਚਨ, ਕਲਿਆਣਕਾਰੀ ਬਚਨ, ਪਵਿੱਤਰ ਬਚਨ, ਬੰਧਨ ਕੱਟਣ ਵਾਲੇ ਬਚਨ, ਮੁਕਤੀ ਦੇਣ ਵਾਲੇ ਬਚਨ ਕਿਵੇਂ ਸੁਣਿਆ ਕਰਾਂਗੇ। ਤੇ ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਖਾਲਸਾ ਜੀ ਮੇਰੇ ਬਚਨ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਸੁਣਿਆ ਕਰਿਓ। ਜੋ ਮਮ ਬਚਨ ਸੁਨਨ ਕੀ ਚਾਹੇ, ਗੁਰੂ ਗ੍ਰੰਥ ਸੁਨੇ ਚਿੱਤ ਲਾਏ। ਜਿਹਦੇ ਮਨ ਵਿੱਚ ਚਾਹ ਹੈ ਨਾ ਮੇਰੇ ਬਚਨ ਸੁਣਨ ਦਾ, ਉਹ ਚਿੱਤ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੇ। ਉਹ ਚਿੱਤ ਲਾ ਕਰਕੇ ਸਾਡੀ ਉਚਾਰਨ ਕੀਤੀ ਹੋਈ ਬਾਣੀ ਸੁਣੇ। ਇਹ ਸਾਡੇ ਬੋਲ ਅਸੀਂ ਜਿਹੜੇ ਉਚਾਰਨ ਕੀਤੇ ਹੋਏ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਲੜ ਜੋੜਿਆ, ਸਾਧ ਸੰਗਤ ਜੀ ਨਾਮ ਦੇ ਨਾਲ ਜੋੜਿਆ ਤੇ ਕਹਿ ਦਿੱਤਾ ਦਸ਼ਮੇਸ਼ ਪਾਤਸ਼ਾਹ ਜੀ ਨੇ ਕਿ ਅਸੀਂ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਿਤ ਕੀਤੀ ਹੈ। ਅਸੀਂ ਆਪਣਾ ਬਾਣਾ, ਆਪਣੀ ਜੁਗਤ ਇਹ ਪੰਜਾਂ ਸਿੰਘਾਂ ਨੂੰ ਬਖਸ਼ਿਸ਼ ਕੀਤੀ, ਖਾਲਸੇ ਨੂੰ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ 5 ਸਿੰਘ ਹਾਜ਼ਰ ਕਰਕੇ ਫਿਰ ਮਹਾਰਾਜ ਨੇ ਗੁਰਿਆਈ ਦਿੱਤੀ ਸੀ। 5 ਪੈਸੇ ਨਾਲੀਅਰ ਲੈ ਕਰਕੇ ਪ੍ਰਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਾਲ ਹੀ 5 ਸਿੰਘਾਂ ਦੀਆਂ ਤੇ ਨਮਸਕਾਰ ਕੀਤੀ। ਫਿਰ ਮਹਾਰਾਜ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਖਾਲਸੇ ਪੰਥ ਨੂੰ ਵਡਿਆਈ ਦਿੱਤੀ। ਬਾਣਾ ਜਿਹੜਾ ਉਹ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਆ। ਖਾਲਸੇ ਹੀ ਆਪਣਾ ਬਾਣਾ, ਸਰੀਰਕ ਬਾਣਾ, ਆਪਣੀ ਜੁਗਤ ਖਾਲਸੇ ਨੂੰ ਬਖਸ਼ਿਸ਼ ਕੀਤੀ। ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ 5 ਪਿਆਰੇ ਇਹ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਕਰਕੇ ਅੱਗੇ ਸਿੱਖੀ ਸਾਜਿਆ ਕਰਨਗੇ, ਅੱਗੇ ਸਿੰਘ ਬਣਾਇਆ ਕਰਨਗੇ। ਅੱਗੇ ਸਿੱਖੀ ਜਿਸ ਨੇ ਪ੍ਰਾਪਤ ਕਰਨੀ ਹੋਵੇਗੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ 5 ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕਾ ਸਿੰਘ ਸਜੇਗਾ। ਇਹ ਮਹਾਰਾਜ ਨੇ ਜੋਤ ਤੇ ਜੁਗਤ, ਜੋਤ ਯੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਆ, ਇਸ ਰੂਪ ਵਿੱਚ ਪਲਟੀ ਹੈ। ਤਾਂ 10 ਪਾਤਸ਼ਾਹੀਆਂ ਦਾ ਨਿਵਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਸਤਿਗੁਰੂ ਸਾਹਿਬ ਜੀ ਨੇ ਬਚਨ ਕਹਿ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਕਰਕੇ ਬਾਣੀ ਸੱਚ ਹੈ, ਨਾਮ ਸੱਚ ਹੈ। ਤੇ ਮਹਾਰਾਜ ਸਾਹਿਬ ਕੰਨਾਂ ਨੂੰ ਉਪਦੇਸ਼ ਦੇ ਰਹੇ ਆ
ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਨਣਾ ਨੋ ਪਠਾਏ, ਕਿ ਮੇਰੇ ਹੋ ਕੰਨੋ ਤੁਹਾਨੂੰ ਸੱਚ ਸੁਣਨ ਵਾਸਤੇ ਸੰਸਾਰ ਵਿੱਚ ਭੇਜਿਆ। ਔਰ ਬੋਲਣ ਨਾਲੋਂ ਕਹਿਣ ਨਾਲੋਂ ਸੁਣਨ ਦਾ ਵੱਧ ਮਹਾਤਮ ਹੈ ਸਾਧ ਸੰਗਤ ਜੀ। ਹੁਣ ਜੇ ਆਪਾਂ ਵੇਖੀਏ ਤੇ ਸਾਨੂੰ ਬੋਲਣ ਵਾਸਤੇ ਕਰਤਾ ਪੁਰਖ ਨੇ ਇੱਕ ਰਸਨਾ ਦਿੱਤੀ ਆ, ਇੱਕ ਹੀ ਜੀਭ ਦਿੱਤੀ ਆ ਬੋਲਣ ਵਾਸਤੇ, ਤੇ ਸੁਣਨ ਵਾਸਤੇ ਦੋ ਕੰਨ ਦਿੱਤੇ। ਸੁਣਨ ਵਾਸਤੇ ਦੋ ਕੰਨ ਦਿੱਤੇ। ਇੱਥੇ ਸੁਭਾਵ ਕੀ ਇਹ ਆ ਵੀ ਬੋਲਣ ਨਾਲੋਂ ਸੁਣਨਾ ਜ਼ਿਆਦਾ ਚਾਹੀਦਾ। ਫਿਰ ਸੁਣਨਾ ਕੀ ਹੈ? ਸੰਸਾਰ ਦੇ ਵਿੱਚ ਜੀਵ ਅਨੇਕਾਂ ਕੁਝ ਸੁਣੀ ਜਾਂਦਾ, ਸਾਰਾ ਸਾਰਾ ਦਿਨ ਸੁਣਦਾ ਰਹਿੰਦਾ, ਤੇ ਸੁਣ ਸੁਣ ਕੇ ਕੰਨ ਰੱਜਦੇ ਥੋੜਾ ਵਾ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਪੌੜੀ 'ਚ ਬਿਆਨ ਕੀਤਾ ਹੀ ਹੈ, ਕਹਿੰਦੇ ਵੀ ਕਿੰਨੀ ਕੰਨਾਂ ਨੇ ਉਸਤਤੀ ਸੁਣੀ, ਕਿੰਨੀ ਨਿੰਦਿਆ ਸੁਣੀ, ਕਿੰਨਾ ਹੱਸਣਾ ਸੁਣਿਆ, ਕਿੰਨਾ ਰੋਣਾ ਸੁਣਿਆ, ਕੰਨ ਕਿਹੜਾ ਰੱਜ ਗਏ ਸਾਰਾ ਕੁਝ ਸੁਣ ਕੇ। ਜਿੱਥੇ ਭਾਈ ਸਾਹਿਬ ਨੇ ਆਖਿਆ ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਗੇ ਦੀ ਪੰਕਤੀ ਹੈ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਉਸਤਤੀ ਤੇ ਨਿੰਦਿਆ ਸੁਣਨ ਵਾਸਤੇ ਨਹੀਂ ਇਹ ਕੰਨ ਭੇਜੇ, ਸੰਸਾਰੀ ਉਸਤਤੀ ਤੇ ਸੰਸਾਰੀ ਨਿੰਦਿਆ, ਸੰਸਾਰੀ ਰੋਣਾ ਤੇ ਸੰਸਾਰੀ ਹੱਸਣਾ, ਇਹ ਸਿਰਫ ਇਹ ਕੁਝ ਸੁਣਨ ਵਾਸਤੇ ਕੰਨਾਂ ਨੂੰ ਨਹੀਂ ਭੇਜਿਆ। ਮਹਾਰਾਜ ਕਹਿੰਦੇ ਤੁਹਾਨੂੰ ਭੇਜਿਆ ਵਾ ਸਰਵਣੋ ਕੰਨੋ ਸੱਚ ਸੁਣਨ ਵਾਸਤੇ, ਸੱਚ ਸੁਣਨ ਵਾਸਤੇ। ਤੇ ਜਿਸ ਤਰ੍ਹਾਂ ਦਾ ਮਨੁੱਖ ਵੇਖਦਾ ਹੈ ਉਸ ਤਰ੍ਹਾਂ ਦਾ ਮਨ ਤੇ ਅਸਰ ਪੈਂਦਾ ਹੈ। ਜੋ ਕੁਝ ਰਸਨਾ ਤੋਂ ਬੋਲਦਾ ਹੈ ਤੇ ਖਾਂਦਾ ਹੈ, ਜੈਸਾ ਅੰਨ ਤੈਸਾ ਮਨ। ਜਿਹੋ ਜੀ ਬੋਲ ਬਾਣੀ ਹੁੰਦੀ ਹੈ ਇਹਦੀ, ਜੋ ਬੋਲਦਾ ਬੋਲਣ ਦਾ ਵੀ ਅਸਰ ਪੈਂਦਾ ਮਨ ਤੇ, ਹਿਰਦੇ ਤੇ ਜੋ ਕੁਝ ਇਹ ਸੁਣਦਾ ਹੈ ਨਾ ਅੱਠੇ ਪੈਰ ਅੱਠਾਂ ਪੈਰਾਂ ਦੇ ਵਿੱਚ, ਉਹ ਸੁਣਨ ਦਾ ਵੀ ਇਹਦੇ ਮਨ ਉੱਤੇ ਅਸਰ ਹੁੰਦਾ। ਉਹ ਅੰਦਰ ਤਸਵੀਰ ਬਣਦੀ, ਜੋ ਸੁਣਦਾ ਉਹ ਅੰਦਰ ਤਸਵੀਰ ਇਹਦੇ ਬਣਦੀ, ਉਹੋ ਹੀ ਸੰਸਕਾਰ ਬਣਦੇ, ਉਹ ਅੰਦਰ ਉਕਰਿਆ ਜਾਂਦਾ। ਜੋ ਕੁਝ ਵੇਂਦਾ, ਜੋ ਕੁਝ ਸੁਣਦਾ, ਤੇ ਜੋ ਕੁਝ ਜ਼ਿਆਦਾ ਸਮਾਂ ਸੁਣੇਗਾ ਉਹਦਾ ਹੀ ਅਸਰ ਹੋਵੇਗਾ। ਕਈ ਵਾਰੀ ਸੁਭਾਵਕ ਸੰਸਾਰੀ ਜੀਵ ਕਹਿੰਦਾ ਹੈ ਕਿ ਮਨ ਨਹੀਂ ਟਿਕਦਾ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਮਨ ਵਿੱਚ ਬੇਚੈਨੀ ਬਣੀ ਰਹਿੰਦੀ ਹੈ, ਮਨ ਵਿੱਚ ਕਾਲਾਪਣ ਬਣਿਆ ਰਹਿੰਦਾ ਹੈ, ਮਨ ਵਿੱਚ ਸਕੂਨ ਜਿਹਾ ਨਹੀਂ ਆਉਂਦਾ, ਮਨ ਵਿੱਚ ਸ਼ਾਂਤੀ ਜਿਹੀ ਨਹੀਂ ਆਉਂਦੀ, ਮਨ ਵਿੱਚ ਟਿਕਾ ਜਿਹਾ ਨਹੀਂ ਆਉਂਦਾ, ਮਨ ਤੜਫਦਾ ਤੜਫਦਾ ਜਿਹਾ ਹੈ, ਜਿਵੇਂ ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਤੜਫਦੀ ਹੈ। ਮਨ ਵਿੱਚ ਇਸ ਤਰ੍ਹਾਂ ਦੀ ਬੇਚੈਨੀ ਜਿਹੀ ਬਣੀ ਰਹਿੰਦੀ ਹੈ। ਕਿਵੇਂ ਟਿਕੇ ਜੀ ਮਨ? ਨਾਮ ਵੀ ਜਪਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਤੇ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਵੀ ਇਹ ਕਿਸੇ ਨੇ ਬੇਨਤੀ ਕਰਕੇ ਪੁੱਛਿਆ ਸੀ, ਤੇ ਮਹਾਂਪੁਰਖਾਂ ਨੇ ਉੱਤਰ ਦਿੱਤਾ ਸੀ, ਕਹਿੰਦੇ ਕਿ ਜੋ ਕੁਝ ਜ਼ਿਆਦਾ ਕਰੀਏ ਉਹਦਾ ਅਸਰ ਹੁੰਦਾ, ਜੋ ਕੁਝ ਜ਼ਿਆਦਾ ਕਰੀਏ ਮਨ ਤੇ ਉਸ ਦਾ ਅਸਰ ਹੁੰਦਾ ਹੈ। ਕਹਿੰਦੇ 24 ਘੰਟਿਆਂ ਦਾ ਭੱਜਾ ਫਿਰਦਾ ਮਨ ਹੁਣ 24 ਮਿੰਟਾਂ ਨਾਲ ਕਿਵੇਂ ਟਿਕ ਜਾਵੇਗਾ? ਤੇ ਅੱਜ ਕੱਲ ਦਾ ਸਮਾਂ ਤੇ ਉਹਦੇ ਨਾਲੋਂ ਵੀ ਤੇਜ਼ ਹੈ। ਜਦੋਂ ਮਹਾਂਪੁਰਖਾਂ ਨੇ ਉੱਤਰ ਦਿੱਤਾ ਸੀ, ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਇਹ ਮਹਾਂਪੁਰਖਾਂ ਨੇ ਉੱਤਰ ਦਿੱਤਾ ਸੀ ਕਿਸੇ ਪ੍ਰੇਮੀ ਨੂੰ, ਉਹਦੇ ਨਾਲੋਂ ਤੇ ਅੱਜ ਦਾ ਸਮਾਂ ਬੜਾ ਤੇਜ਼ ਹੋ ਗਿਆ ਹੈ। ਅੱਜ ਕੱਲ ਬੰਦਾ ਵੱਧ ਤੋਂ ਵੱਧ 1 ਘੰਟਾ ਸੰਗਤ ਕਰੇਗਾ, ਤੇ ਹੋਰ ਕਿੰਨਾ ਕੁਝ 1 ਘੰਟਾ ਜੇ ਨਾਮ ਬਾਣੀ ਸੁਣਦਾ ਹੈ ਤੇ 5-7 ਘੰਟੇ ਹੋਰ ਕੁਝ ਸੁਣਦਾ ਹੈ। 5-7 ਘੰਟੇ ਹਰੇਕ ਬੰਦਾ ਦਿਹਾੜੀ ਦੇ ਵਿੱਚ 5-7 ਘੰਟੇ ਤੇ ਫੋਨ ਸੁਣਦਾ ਹੋਵੇਗਾ। 5-7 ਘੰਟੇ ਜਵਾਨ ਵੀ ਸੁਣਦੇ ਆ, ਨਿੱਕੇ ਨਿੱਕੇ ਬੱਚੇ ਵੀ। ਅੱਜ ਕੱਲ ਤਾਂ ਕਲਾਸਾਂ ਵੀ ਫੋਨਾਂ ਤੇ ਲੱਗਦੀਆਂ, ਤੇ ਉਹ ਕਿੰਨੇ ਕਿੰਨੇ ਘੰਟੇ ਫੋਨ ਹੀ ਸੁਣਦੇ ਹਨ। ਤੇ ਜਦੋਂ ਉਹਨਾਂ ਦੇ ਹੱਥ ਵਿੱਚ ਕਦੀ ਸਮਾਂ ਸੀ ਵੀ ਬੱਚਿਆਂ ਨੂੰ ਫੋਨ ਨਾ ਫੜਾਈਏ, ਛੋਟੇ ਆ, ਇਹਨਾਂ ਦੀ ਨਿਗਾਹ ਤੇ ਅਸਰ ਪਵੇਗਾ, ਨਿਗਾਹ ਘਟੇਗੀ ਵੀ ਇਹ ਕਿੰਨੇ ਕਿੰਨੇ ਘੰਟੇ ਸਕਰੀਨ ਵਾਲੇ ਵੇਖੀ ਜਾਣਾ। ਤੇ ਹੁਣ ਤਾਂ ਸਮਾਂ ਹੀ ਇਸ ਤਰ੍ਹਾਂ ਵੀ ਘਰੇ ਫੋਨ ਦੇ ਉੱਤੇ ਕਲਾਸਾਂ ਲਾਓ, ਉਹਨਾਂ ਨੂੰ 3-3 4-4 ਘੰਟੇ ਫੋਨ ਸੁਣਨਾ ਪੈਂਦਾ। ਉਹਨਾਂ ਦੀ ਮਜਬੂਰੀ ਬਣ ਗਈ, ਤੇ ਇਹ ਉਹ ਤਾਂ ਮਜਬੂਰੀ ਬਣ ਗਈ, ਤੇ ਕੁਝ ਆਪ ਹੀ ਲੈ ਲੈਂਦੇ ਫਿਰ ਲਾਹਾ। ਕਹਿੰਦੇ ਹੁਣ ਫੋਨ ਤਾਂ ਹੱਥ ਵਿੱਚ ਆਇਆ, ਹੋਰ ਗੇਮਾਂ ਖੇਡ ਲਈ, ਹੋਰ ਕੁਝ ਵੇਖ ਲਈਏ। ਇਸ ਕਰਕੇ ਕਿੰਨੇ ਕਿੰਨੇ ਘੰਟੇ ਉਹ ਕੁਝ ਸੁਣਨਾ ਜਿਹੜਾ ਫਾਲਤੂ ਹੈ,
ਤੇ ਉਹਦਾ ਅਸਰ ਮਨ ਤੇ ਕਿਉਂ ਨਾ ਹੋਵੇਗਾ, ਉਹਦਾ ਅਸਰ ਹਿਰਦੇ ਤੇ ਕਿਉਂ ਨਾ ਹੋਵੇਗਾ। ਜੋ ਕੁਝ ਮਨੁੱਖ ਸੁਣਦਾ ਉਹਦਾ ਹਿਰਦੇ ਦੇ ਉੱਤੇ ਅਸਰ ਜ਼ਰੂਰ ਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਆਖਿਆ ਵੀ ਐਵੇਂ ਫੋਕੀ ਉਸਤਤੀ ਨਾ ਕੰਨਾਂ 'ਚ ਪੈਣ ਦੇ, ਸੰਸਾਰੀ ਨਿੰਦਿਆ ਨਾ ਕੰਨਾਂ 'ਚ ਪੈਣ ਦੇ, ਕਿਉਂਕਿ ਇਹ ਤੇਰੇ ਮਨ ਨੂੰ ਟਿਕਣ ਨਹੀਂ ਦੇਵੇਗੀ। ਦੋਨਾਂ ਦਾ ਤਿਆਗ ਕਰ, ਉਸਤਤ ਨਿੰਦਾ ਦੋਉ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਤੇ ਸੁਣਨਾ ਕੀ ਹੈ, ਸਤਿਗੁਰੂ ਜੀ ਉਹ ਦੱਸ ਰਹੇ ਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸੱਚ ਸੁਣਨਾ ਵਾ। ਕੰਨੋ ਤੁਹਾਨੂੰ ਭੇਜਿਆ ਹੀ ਸੰਸਾਰ ਦੇ ਵਿੱਚ ਸੱਚ ਸੁਣਨ ਵਾਸਤੇ ਹੈ, ਨਾਮ ਸੁਣਨ ਵਾਸਤੇ ਹੈ, ਬਾਣੀ ਸੁਣਨ ਵਾਸਤੇ ਹੈ। ਇੱਕ ਬਚਨ ਆਪਾਂ ਮਹਾਰਾਜ ਦਾ ਸੁਣਦੇ ਹਾਂ, ਗਰੀਬ ਨਵਾਜ ਕਹਿੰਦੇ ਆਇਓ ਸੁਣਨ ਪੜਨ ਕਉ ਬਾਣੀ। ਉੱਥੇ ਸੁਣਨ ਪਹਿਲੋਂ ਆਖਿਆ ਵੀ ਸੁਣਨ ਵਾਸਤੇ ਬਾਣੀ ਤੇ ਬਾਣੀ ਪੜਨ ਵਾਸਤੇ ਜੀਵ ਸੰਸਾਰ 'ਚ ਆਇਆ। ਇਹ ਸਰੀਰ ਸਫਲ ਹੀ ਤਾਂ ਹੋਣਾ। ਆਇਓ ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਤੇ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਉਂਝ ਮਹਾਰਾਜ ਨੇ ਬਾਣੀ 'ਚ ਵੀ ਆਖਿਆ, ਕਹਿੰਦੇ ਜਿੱਥੇ ਨਾਮ ਆਖਣਾ ਔਖਾ ਹੈ ਨਾ, ਉੱਥੇ ਨਾਮ ਤੇ ਬਾਣੀ ਸੁਣਨੀ ਵੀ ਔਖੀ ਹੈ। ਨਾਮ ਸੁਣਨਾ ਵੀ ਔਖਾ ਹੈ। ਭਾਗਾਂ ਤੋਂ ਬਿਨਾਂ ਨਾਮ ਸੁਣਿਆ ਨਹੀਂ ਜਾ ਸਕਦਾ, ਬਾਣੀ ਸੁਣੀ ਨਹੀਂ ਜਾ ਸਕਦੀ। ਜਿਵੇਂ ਆਪਾਂ ਰਹਿਰਾਸ ਸਾਹਿਬ ਜੀ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ ਵੀ ਆਖਣ ਔਖਾ ਸਾਚਾ ਨਾਉ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਵੀ ਸੱਚਾ ਨਾਮ ਆਖਣਾ ਔਖਾ ਹੈ। ਆਖਣ ਔਖਾ ਸਾਚਾ ਨਾਉ। ਉੱਥੇ ਮਹਾਰਾਜ ਨੇ ਆਪਣੀ ਰਸਨਾ ਤੋਂ ਵੀ ਬਚਨ ਫਰਮਾਇਆ ਵੀ ਕੱਲਾ ਆਖਣਾ ਨਹੀਂ ਔਖਾ, ਸੁਣਨਾ ਵੀ ਔਖਾ ਹੈ। ਆਖਣ ਔਖਾ ਸੁਣਨ ਔਖਾ, ਆਖ ਨਾ ਜਾਪੀ ਆਖ। ਆਖਣਾ ਵੀ ਔਖਾ ਹੈ ਤੇ ਸੁਣਨਾ ਵੀ ਔਖਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਆ, ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਨਨੈ ਨੋ ਪਠਾਏ। ਇਹ ਮੇਰਿਓ ਸਰਵਣੋ ਮੇਰਿਓ ਕੰਨੋ, ਤੁਹਾਨੂੰ ਸੱਚ ਸੁਣਨ ਵਾਸਤੇ ਸੰਸਾਰ ਦੇ ਵਿੱਚ ਭੇਜਿਆ ਹੈ। ਸੱਚ ਸੁਨਨੈ ਨੋ ਪਠਾਈ, ਸਰੀਰ ਲਾਏ। ਗਰੀਬ ਨਵਾਜ ਸਾਹਿਬ ਕਹਿੰਦੇ ਵੀ ਸਰਵਣੋ ਸੱਚ ਸੁਣਨ ਵਾਸਤੇ ਤੁਹਾਨੂੰ ਭੇਜਿਆ ਹੈ ਸੰਸਾਰ ਦੇ ਵਿੱਚ, ਸਰੀਰ ਲਾਏ, ਤੁਹਾਨੂੰ ਸਰੀਰ ਨਾਲ ਲਾ ਕੇ ਭੇਜਿਆ। ਇਸ ਸਰੀਰ ਦੇ ਨਾਲ ਲਾ ਕੇ ਤੁਹਾਨੂੰ ਭੇਜਿਆ ਹੈ ਕਿ ਤੁਸੀਂ ਸੱਚ ਨੂੰ ਸੁਣੋ, ਨਾਮ ਨੂੰ ਸੁਣੋ। ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਝੂਠ ਨਾ ਸੁਣੋ, ਫਿਰ ਤੁਸੀਂ ਕੂੜ ਨਾ ਸੁਣੋ, ਕਿਉਂਕਿ ਸੱਚ ਸੁਣਨ ਵਾਸਤੇ ਤੁਹਾਨੂੰ ਭੇਜਿਆ। ਤੁਹਾਨੂੰ ਝੂਠ ਨਿੰਦਿਆ ਚੁਗਲੀ ਸੁਣਨ ਵਾਸਤੇ ਨਹੀਂ ਭੇਜਿਆ। ਤੁਹਾਨੂੰ ਤਾਂ ਸੱਚ ਸੁਣਨ ਵਾਸਤੇ ਸਰੀਰ ਨਾਲ ਲਾ ਕਰਕੇ ਭੇਜਿਆ ਹੈ। ਸੱਚ ਸੁਣਾਓ ਸਤ ਬਾਣੀ। ਤੇ ਮਹਾਰਾਜ ਸਾਹਿਬ ਕਹਿੰਦੇ ਸੁਣੋ ਕੰਨੋ ਸਤ ਬਾਣੀ। ਜਿਹੜੀ ਸੱਚੀ ਬਾਣੀ ਹੈ ਨਾ, ਸੱਚੀ ਬਾਣੀ ਸੁਣਨਾ ਕਰੋ। ਬਾਣੀ ਕਿਸ ਨੂੰ ਕਹਿੰਦੇ ਆ ਸਾਧ ਸੰਗਤ ਜੀ? ਬਾਣੀ ਕਹਿੰਦੇ ਆ ਜੋ ਬੋਲ ਮੁਖ ਤੋਂ ਬੋਲਿਆ ਜਾਂਦਾ। ਸੁਭਾਵਕ ਆਪਾਂ ਇੱਕ ਅੱਖਰ ਬੋਲਦੇ ਆ ਨਾ, ਕਹਿੰਦੇ ਵੀ ਐਸ ਬੰਦੇ ਦੀ ਬੋਲ ਬਾਣੀ ਬੜੀ ਚੰਗੀ। ਬੋਲ ਬਾਣੀ, ਬੋਲਾਂ ਨੂੰ ਬਾਣੀ ਆਖਿਆ ਜਾਂਦਾ। ਕਦੀ ਇਹ ਕਿਹਾ ਜਾਂਦਾ ਵੀ ਐਸ ਇਨਸਾਨ ਦੀ ਬੋਲ ਬਾਣੀ ਬੜੀ ਮਾੜੀ। ਬਾਣੀ ਨਾਮ ਹੈ ਬੋਲਾਂ ਦਾ। ਜੋ ਵੀ ਬੰਦਾ ਆਪਣੇ ਮੂੰਹ ਤੋਂ ਬੋਲਦਾ ਉਹ ਸਾਰੀ ਬਾਣੀ ਆ। ਉਹ ਬਾਣੀ ਹੈ ਪਰ ਗੁਰਬਾਣੀ ਨਹੀਂ। ਬਾਣੀ ਦੇ ਵਿੱਚ ਤੇ ਗੁਰਬਾਣੀ ਦੇ ਵਿੱਚ ਇਹ ਫਰਕ ਹੈ। ਗੁਰਬਾਣੀ ਉਹ ਹੈ ਜਿਹੜੀ ਗੁਰੂ ਨੇ ਆਪਣੇ ਮੁਖ ਤੋਂ ਬੋਲੀ ਹੈ, ਉਹ ਗੁਰਬਾਣੀ ਹੈ। ਤੇ ਬਾਣੀ ਉਹ ਹੈ ਜਿਹੜੇ ਸਾਰੇ ਬੋਲਦੇ। ਹਰ ਇੱਕ ਦੀ ਬਾਣੀ ਆਪਣੀ ਆਪਣੀ। ਬੋਲਾਂ ਨੂੰ ਬਾਣੀ ਕਿਹਾ ਜਾਂਦਾ ਹੈ। ਸੁਭਾਵਕ ਕਿਹਾ ਜਾਂਦਾ ਹੈ ਵੀ ਇਸ ਬੰਦੇ ਦੀ, ਇਸ ਇਨਸਾਨ ਦੀ ਬੋਲ ਬਾਣੀ ਬੜੀ ਮਿੱਠੀ ਹੈ। ਇਹ ਬੋਲ ਬਾਣੀ ਵਧੀਆ ਬੋਲਦਾ ਹੈ, ਚੰਗਾ ਬੋਲਦਾ ਹੈ। ਇਸ ਇਨਸਾਨ ਦੀ ਬੋਲ ਬਾਣੀ ਬੜੀ ਮਾੜੀ, ਇਹਦੀ ਸ਼ਬਦਾਵਲੀ ਬਹੁਤ ਮਾੜੀ ਹੈ। ਉਹ ਤਾਂ ਬਾਣੀ ਹੋ ਗਈ, ਬੋਲਾਂ ਨੂੰ ਬਾਣੀ ਕਿਹਾ ਜਾਂਦਾ।
ਪਰ ਜਿਹੜੇ ਬੋਲ ਗੁਰੂ ਸਾਹਿਬਾਂ ਨੇ ਬੋਲੇ ਉਹਨਾਂ ਨੂੰ ਗੁਰਬਾਣੀ ਕਿਹਾ ਜਾਂਦਾ ਹੈ। ਗੁਰੂ ਕੀ ਬਾਣੀ, ਧੁਰ ਕੀ ਬਾਣੀ। ਤੇ ਜਿਹੜੀ ਬਾਣੀ ਭਗਤਾਂ ਨੇ ਬੋਲੀ ਹੈ ਉਹਨਾਂ ਨੂੰ ਭਗਤ ਬਾਣੀ ਕਿਹਾ ਜਾਂਦਾ ਹੈ। ਜਿਹੜੀ ਬਾਣੀ ਗੁਰਸਿੱਖਾਂ ਨੇ ਬੋਲੀ ਉਹਨਾਂ ਨੂੰ ਗੁਰਸਿੱਖਾਂ ਦੀ ਬਾਣੀ ਕਿਹਾ ਜਾਂਦਾ ਹੈ। ਜਿਹੜੀ ਭੱਟ ਸਾਹਿਬਾਂ ਨੇ ਆਪਣੀ ਰਸਨਾ ਤੋਂ ਬੋਲੀ ਉਹਨਾਂ ਨੂੰ ਆਪਾਂ ਭੱਟਾਂ ਦੀ ਬਾਣੀ ਕਹਿ ਦਿੰਦੇ ਆ। ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਗੁਰੂ ਦੀ ਬਾਣੀ, ਗੁਰਬਾਣੀ। ਸਮੁੱਚੇ ਰੂਪ ਦੇ ਸਾਰੀ ਬਾਣੀ ਨੂੰ ਆਪਾਂ ਗੁਰਬਾਣੀ ਕਹਿ ਦਿੰਦੇ ਆ, ਜੋ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਹੈ। ਔਰ ਇਸੇ ਤਰ੍ਹਾਂ ਦਸਮ ਮਹਾਰਾਜ ਸਾਹਿਬ ਜੀ ਦੀ ਬਾਣੀ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਔਰ ਬੇਅੰਤ ਬਾਣੀਆਂ ਦਸਮ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ, ਉਸ ਨੂੰ ਆਪਾਂ ਕਹਿ ਦਿੰਦੇ ਆ ਦਸਮ ਪਾਤਸ਼ਾਹ ਜੀ ਦੀ ਬਾਣੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ, ਜੋ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਬੋਲੀ ਤੇ ਆਪਣੀ ਕਲਮ ਨਾਲ ਲਿਖੀ। ਭਾਈ ਸਾਹਿਬ ਜੀ ਦੀਆਂ ਵਾਰਾਂ, ਕਵਿਤ, ਸਵਈਏ, ਉਹਨੂੰ ਆਪਾਂ ਕਹਿ ਦਿੰਦੇ ਹਾਂ ਇਹ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ। ਜਿਹੜੀ ਬਾਣੀ ਭਾਈ ਨੰਦ ਲਾਲ ਸਾਹਿਬ ਜੀ ਨੇ ਉਚਾਰਨ ਕੀਤੀ ਉਸ ਨੂੰ ਕਿਹਾ ਜਾਂਦਾ ਹੈ ਭਾਈ ਨੰਦ ਲਾਲ ਜੀ ਦੀ ਬਾਣੀ। ਇੱਥੇ ਮਹਾਰਾਜ ਕਹਿੰਦੇ ਸੁਣੋ ਸਤ ਬਾਣੀ। ਇਹ ਭਾਈ ਜਿਹੜੀ ਸਤ ਬਾਣੀ ਹੈ ਨਾ, ਸੱਚੀ ਬਾਣੀ ਹੈ, ਵਾਹਿਗੁਰੂ ਦੀ ਬਾਣੀ, ਉਸ ਨੂੰ ਸੁਣਨਾ ਕਰੋ ਕੰਨੋ ਸਰਵਣੋ। ਤੁਹਾਨੂੰ ਸਰੀਰ ਨਾਲ ਲਾ ਕਰਕੇ ਭੇਜਿਆ ਹੈ ਸੱਚੀ ਬਾਣੀ ਸੁਣਨ ਵਾਸਤੇ। ਤੇ ਸੱਚੀ ਬਾਣੀ ਸੁਣਨ ਦਾ ਕਿੱਡਾ ਕੁ ਮਹਾਤਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨ ਦਾ ਕਿੱਡਾ ਕੁ ਵੱਡਾ ਮਹਾਤਮ ਹੈ। ਅੰਮ੍ਰਿਤ ਬਾਣੀ ਦੇ ਵਿੱਚ ਹੀ ਮਹਾਰਾਜ ਨੇ ਬਚਨ ਉਚਾਰਨ ਕੀਤੇ ਆ। ਸਤਿਗੁਰੂ ਕਹਿੰਦੇ ਕਰੋੜਾਂ ਜੱਗਾਂ ਦਾ ਫਲ ਮਿਲ ਜਾਂਦਾ ਹੈ ਗੁਰੂ ਕੀ ਬਾਣੀ ਸੁਣਨ ਵਾਲੇ ਨੂੰ। ਕਰੋੜਾਂ ਜੱਗਾਂ ਦਾ ਫਲ। ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ RAM। ਜਿਹੜਾ ਗੁਰੂ ਕੀ ਬਾਣੀ ਨੂੰ ਭਾਵਨਾ ਦੇ ਨਾਲ ਸੁਣੇਗਾ, ਗੁਰੂ ਕੀ ਬਾਣੀ ਨੂੰ ਭਾਵਨਾ ਨਾਲ ਗਾਵੇਗਾ, ਸ਼ਰਧਾ ਨਾਲ, ਉਹਨੂੰ ਕਈ ਕਰੋੜਾਂ ਜੱਗਾਂ ਦਾ ਫਲ ਮਿਲ ਜਾਵੇਗਾ। ਕਈ ਕਰੋੜਾਂ ਜੱਗਾਂ ਦਾ ਫਲ। ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ RAM। ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM। ਇਸੇ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੁਣ ਵੱਡ ਭਾਗੀਆ ਹਰੇ ਅੰਮ੍ਰਿਤ ਬਾਣੀ RAM। ਸੁਣ ਵੱਡ ਭਾਗੀਆ ਹਰੇ ਅੰਮ੍ਰਿਤ ਬਾਣੀ RAM। ਤੇ ਅੱਗੇ ਕਹਿ ਦਿੱਤਾ ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ RAM। ਜਿਹਦੇ ਕਰਮਾਂ 'ਚ ਲਿਖੀ ਹੈ, ਭਾਗਾਂ 'ਚ ਲਿਖੀ ਹੈ, ਧੁਰ ਕੀ ਬਾਣੀ ਕੰਨਾਂ ਦੇ ਰਾਹੀਂ ਸੁਣਨ ਤੋਂ ਬਾਅਦ ਉਹਦੇ ਹਿਰਦੇ 'ਚ ਇੱਕ ਪਹੁੰਚਦੀ ਹੈ ਤੇ ਉਹਦੇ ਹਿਰਦੇ ਵਿੱਚ ਸਮਾ ਜਾਂਦੀ ਹੈ। ਅਸੀਂ ਚਿੰਤਾ ਵਿੱਚ ਕਿਉਂ ਹਾਂ? ਅਸੀਂ ਫਿਕਰਾਂ ਵਿੱਚ ਕਿਉਂ ਹਾਂ? ਅਸੀਂ ਟੈਨਸ਼ਨ ਵਿੱਚ ਕਿਉਂ ਹਾਂ? ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਾਡੇ ਹਿਰਦੇ 'ਚ ਗੁਰੂ ਕੀ ਬਾਣੀ ਨਹੀਂ ਗਈ ਤਾਂ ਹਾਂ। ਜਿੱਥੇ ਇਹ ਪਵਿੱਤਰ ਪੰਕਤੀ ਆਪਾਂ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਕਿੰਨੀ ਵਾਰੀ ਜ਼ਿੰਦਗੀ 'ਚ ਇਹ ਪੰਕਤੀਆਂ ਆਪਾਂ ਪੜ੍ਹੀਆਂ ਤੇ ਸੁਣੀਆਂ। ਇਹਦੇ ਦੋ ਅਰਥ ਮਹਾਂਪੁਰਖਾਂ ਨੇ ਕੀਤੇ ਆ। ਇੱਕ ਪਹਿਲਾ ਅਰਥ ਤਾਂ ਕੀਤਾ ਇਹ ਧੁਰੋਂ ਦਰਗਾਹੋਂ ਸੱਚਖੰਡ ਵਿੱਚੋਂ ਆਈ ਹੋਈ ਬਾਣੀ ਹੈ। ਇਹ ਗੁਰੂ ਸਾਹਿਬਾਂ ਦੇ ਹਿਰਦੇ ਵਿੱਚੋਂ ਆਈ ਹੋਈ, ਮੁਖ ਦੁਆਰਾ ਉਚਾਰਨ ਕੀਤੀ, ਹਿਰਦੇ 'ਚੋਂ ਆਈ ਹੋਈ, ਧੁਰ ਦਰਗਾਹ 'ਚੋਂ ਆਈ ਹੋਈ ਬਾਣੀ ਹੈ। ਸੱਚਖੰਡ 'ਚੋਂ ਆਈ ਹੋਈ ਬਾਣੀ ਹੈ। ਮਾਤ ਲੋਕ ਤੇ ਆਈ ਹੈ। ਇਹ ਸੱਚਖੰਡ ਦੀ ਬਾਣੀ ਮਾਤ ਲੋਕ ਤੇ ਆਈ ਹੈ, ਦਰਗਾਹ 'ਚੋਂ ਆਈ ਹੋਈ ਹੈ ਬਾਣੀ। ਗੁਰੂ ਸਾਹਿਬ ਦੇ ਹਿਰਦੇ 'ਚੋਂ ਮੁਖ ਦੁਆਰਾ ਉਚਾਰਨ ਕੀਤੀ ਹੈ, ਫਿਰ ਗੁਰਸਿੱਖਾਂ ਤੋਂ ਲਿਖਾਈ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੈ। ਇਹ ਮਾਤ ਲੋਕ ਤੇ ਪ੍ਰਗਟ ਹੋਈ ਹੈ ਧੁਰ ਕੀ ਬਾਣੀ। ਧੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਿਟਾਈ। ਤੇ ਸਾਰੀਆਂ ਚਿੰਤਾ ਨੂੰ ਮਿਟਾਉਣ ਵਾਸਤੇ ਬਾਣੀ ਆਈ ਹੈ। ਬਾਣੀ ਆਈ ਆ ਸਾਰੀਆਂ ਚਿੰਤਾ ਮਿਟਾਉਣ ਵਾਸਤੇ। ਤੇ ਬਾਣੀ ਪੜਨ ਵਾਲਾ ਹੈਗਾ ਚਿੰਤਾ ਦੇ ਵਿੱਚ, ਬਾਣੀ ਸੁਣਨ ਵਾਲਾ ਹੈ ਚਿੰਤਾ ਦੇ ਵਿੱਚ, ਗੁਰੂ ਦਾ ਸਿੱਖ ਹੈ ਚਿੰਤਾ ਦੇ ਵਿੱਚ। ਫਿਰ ਚਿੰਤਾ ਸਾਡੀ ਦੂਰ ਕਿਵੇਂ ਹੋਵੇਗੀ? ਤੇ ਦੂਜਾ ਅਰਥ ਇਸੇ ਪੰਕਤੀ ਦਾ ਕੀਤਾ ਹੈ, ਧੁਰ ਕੀ ਬਾਣੀ
ਹੈ ਤਾਂ ਇਹ ਧੁਰ ਕੀ ਬਾਣੀ, ਦਰਗਾਹ ਦੀ ਬਾਣੀ ਆਈ। ਇਹ ਜਦੋਂ ਆਵੇਗੀ ਸਾਡੇ ਅੰਦਰ, ਸਾਡੇ ਹਿਰਦੇ ਵਿੱਚ, ਫਿਰ ਸਗਲੀ ਚਿੰਤ ਮਿਟਾਈ। ਫਿਰ ਸਾਰੀਆਂ ਚਿੰਤਾ ਸਾਡੀਆਂ ਤਾਂ ਮਿਟਣਗੀਆਂ। ਸਾਡੀਆਂ ਚਿੰਤਾ ਇਸ ਬਾਣੀ ਨੇ ਉਦੋਂ ਦੂਰ ਕਰਨੀਆਂ ਜਦੋਂ ਇਹ ਧੁਰ ਕੀ ਬਾਣੀ ਪ੍ਰਕਾਸ਼ਮਾਨ ਤੇ ਹੋ ਗਈ ਆ ਮਾਤਲੋਕ ਦੇ ਵਿੱਚ। ਇਹਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ, ਸਾਰਾ ਦਿਨ ਪ੍ਰਕਾਸ਼ ਰਹਿੰਦਾ ਹੈ, ਰਾਤ ਨੂੰ ਸੁਖ ਆਸਣ ਹੁੰਦਾ ਹੈ। ਪਰ ਇਹ ਧੁਰ ਕੀ ਬਾਣੀ ਨਾਲ ਜਦੋਂ ਅਸੀਂ ਜੁੜਾਂਗੇ, ਜਦੋਂ ਅਸੀਂ ਭਾਵਨਾ ਨਾਲ ਇਸ ਬਾਣੀ ਨੂੰ ਸੁਣਾਂਗੇ, ਭਾਵਨਾ ਨਾਲ ਪੜਾਂਗੇ, ਭਾਵਨਾ ਨਾਲ ਇਸ ਬਾਣੀ ਦਾ ਕੀਰਤਨ ਕਰਾਂਗੇ, ਤੇ ਇਹ ਫਿਰ ਧੁਰ ਕੀ ਬਾਣੀ ਆਈ ਜਦੋਂ ਸਾਡੇ ਅੰਦਰ ਆ ਗਈ, ਸਾਡੇ ਹਿਰਦੇ ਦੇ ਅੰਦਰ ਗਈ। ਤੇ ਹਿਰਦੇ ਤੇ ਕਹਿੰਨੇ ਕਦੋਂ ਪਹੁੰਚਣਾ ਹੈ? ਜਦੋਂ ਇਸ ਪੰਕਤੀ 'ਚ ਮਹਾਰਾਜ ਕਹਿ ਰਹੇ ਨਾ, ਸਾਚੈ ਸੁਨਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੁਣੋ ਸੱਚੀ ਬਾਣੀ ਨੂੰ। ਜਦੋਂ ਸੱਚੀ ਬਾਣੀ ਨੂੰ ਕੋਈ ਸਿੱਖ ਸ਼ਰਧਾ ਭਾਵਨਾ ਨਾਲ ਸੁਣੇਗਾ, ਉਹਦੇ ਕੰਨਾਂ ਦੇ ਰਾਹੀਂ ਫਿਰ ਹਿਰਦੇ ਤੀਕ ਪਹੁੰਚੇਗੀ ਇਹ ਸੱਚੀ ਬਾਣੀ। ਤੇ ਜਦੋਂ ਸੱਚੀ ਬਾਣੀ ਹਿਰਦੇ 'ਚ ਪਹੁੰਚ ਗਈ, ਜਦੋਂ ਬਾਣੀ ਦਾ ਵਾਸਾ ਅੰਦਰ ਆ ਗਿਆ, ਤੇ ਫਿਰ ਅੰਦਰ ਜਿੱਥੇ ਬਾਣੀ ਦਾ ਵਾਸਾ ਹੋਇਆ ਉੱਥੇ ਚਿੰਤਾ ਨਹੀਂ ਵਸ ਸਕਦੀ। ਫਿਰ ਚਿੰਤਾ ਨੂੰ ਉੱਥੋਂ ਬਾਹਰ ਜਾਣਾ ਹੀ ਪੈਣਾ। ਜੇ ਹਾਲੇ ਸਾਡੇ ਮਨ ਵਿੱਚ, ਸਾਡੇ ਹਿਰਦੇ ਵਿੱਚ, ਸਾਡੇ ਦਿਮਾਗ ਵਿੱਚ ਚਿੰਤਾ ਵਸੀ ਹੈ, ਤੇ ਇਹਦਾ ਸਿੱਧਾ ਸਿੱਧਾ ਭਾਵ ਇਹ ਹੈ ਵੀ ਬਾਣੀ ਹਾਲੇ ਉੱਥੇ ਨਹੀਂ ਪਹੁੰਚੀ ਹੈ, ਬਾਣੀ ਸਾਡੇ ਅੰਦਰ ਨਹੀਂ ਆਈ ਹਾਲੇ। ਅਸੀਂ ਸੁਣਦੇ ਹਾਂ ਜੀ ਬਾਣੀ, ਫਿਰ ਕਿਤੇ ਨਾ ਕਿਤੇ ਸਾਡੇ ਸੁਣਨ ਦੇ ਵਿੱਚ ਹੀ ਕੋਈ ਘਾਟ ਹੈ। ਸਾਡੇ ਤੋਂ ਬਾਣੀ ਜਿਵੇਂ ਸੁਣਨੀ ਚਾਹੀਦੀ ਉਂਝ ਸੁਣੀ ਨਹੀਂ ਗਈ, ਜਿਵੇਂ ਬਾਣੀ ਪੜ੍ਹਨੀ ਚਾਹੀਦੀ ਉਸ ਤਰ੍ਹਾਂ ਪੜ੍ਹੀ ਨਹੀਂ ਗਈ ਭਾਵਨਾ ਦੇ ਨਾਲ। ਜਦੋਂ ਬਾਣੀ ਹਿਰਦੇ ਵਿੱਚ ਆ ਗਈ ਤੇ ਫਿਰ ਉਸ ਹਿਰਦੇ ਵਿੱਚ ਚਿੰਤਾ ਰਹਿ ਹੀ ਨਹੀਂ ਸਕਦੀ, ਕਿਉਂਕਿ ਗੁਰੂ ਨੇ ਆਖਿਆ ਵੀ ਸਗਲੀ ਚਿੰਤ ਮਿਟਾਈ। ਸਾਰੀ ਚਿੰਤ ਮੇਟਣ ਵਾਲੀ ਹੈ ਬਾਣੀ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਜਦੋਂ ਸਿੱਖ ਰੋਜ਼ ਨਿਤਨੇਮ ਕਰਨ ਵਾਸਤੇ ਕਿਉਂ ਗੁਰੂ ਸਾਹਿਬ ਨੇ ਆਖਿਆ ਰੋਜ਼ ਅੰਮ੍ਰਿਤ ਵੇਲੇ 5 ਬਾਣੀਆਂ ਪੜ੍ਹ ਭਾਈ, ਤੇ ਜਦੋਂ ਪੜ੍ਹਨਾ ਹੈ ਤੇ ਉਸ ਵੇਲੇ ਨਾਲ ਸੁਣਨਾ ਵੀ ਹੈ ਬਾਣੀ। ਜਦੋਂ ਆਪਣੀ ਰਸਨਾ ਪੜ੍ਹੇ, ਪ੍ਰੀਤ ਰੂਪੀ ਰਸਨਾ ਵੀ ਨਾਲ ਪੜ੍ਹੇ। ਜਿੱਥੇ ਆ ਸੱਜਾ ਤੇ ਖੱਬਾ ਕੰਨ ਸੁਣਨ, ਉੱਥੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਵੀ ਸੁਣਨਾ ਹੈ। ਜਿਸ ਬਾਣੀ ਨੂੰ, ਜਿਸ ਅੱਖਰ ਨੂੰ ਪੜ੍ਹ ਰਿਹਾ ਹੈ, ਉਹਦੇ ਤੇ ਪੂਰਾ ਨਿਸ਼ਚਾ ਹੋਵੇ, ਉਹਦੇ ਤੇ ਪੂਰਾ ਭਰੋਸਾ, ਪੂਰਾ ਯਕੀਨ ਹੋਵੇ, ਇਹ ਮੇਰੇ ਗੁਰੂ ਸਾਹਿਬ ਦੀ ਬਾਣੀ ਆ, ਤੇ ਇਹ ਪੂਰੇ ਗੁਰੂ ਸਾਹਿਬ ਦੀ ਉਚਾਰਨ ਕੀਤੀ ਹੋਈ ਸੱਚੀ ਬਾਣੀ ਆ। ਇਹਦੇ ਵਿੱਚ ਕੋਈ ਕਮੀ ਨਹੀਂ, ਕੋਈ ਨਿਊਨਤਾ ਨਹੀਂ। ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਬਾਣੀ ਸੱਚੀ ਤਾਂ ਹੈ, ਪਰ ਸਿੱਖ ਇਸ ਬਾਣੀ ਨੂੰ ਸੱਚੀ ਜਾਣ ਕਰਕੇ, ਭਾਵਨਾ ਰੱਖ ਕਰਕੇ ਇਸ ਬਾਣੀ ਦਾ ਪਾਠ ਕਰੇ, ਇਸ ਬਾਣੀ ਨੂੰ ਸੁਣੇ। ਜਦੋਂ ਆਪ ਪੜ੍ਹਦਾ ਸਿੱਖ ਬਾਣੀ, ਉਦੋਂ ਉਹਦੇ ਕੰਨ ਦੋਵੇਂ ਸੁਣਨ ਵੀ ਨਾਲ। ਜਦੋਂ ਪੜ੍ਹਦੇ ਆ ਬੰਦਾ ਸੁਣੇਗਾ ਬਾਣੀ ਨੂੰ, ਫਿਰ ਬਾਣੀ ਦੇ ਵਿੱਚ ਧਿਆਨ ਲੱਗੇਗਾ, ਫਿਰ ਬਾਣੀ ਹਿਰਦੇ ਤੀਕ ਪਹੁੰਚੇਗੀ। ਸੁਭਾਵਿਕ ਜਿਸ ਵੇਲੇ ਆਪਾਂ ਕੋਈ ਗੱਲ ਕਰਦੇ ਹੋਈਏ, ਆਪਣੀ ਸਾਥੀ ਦੇ ਨਾਲ, ਸੱਜਣ ਮਿੱਤਰ ਦੇ ਨਾਲ ਗੱਲ ਕਰਦੇ ਹੋਈਏ, ਤੇ ਆਪਾਂ ਉਹਨੂੰ ਸਾਰੀ ਗੱਲ ਸੁਣਾ ਦਿੱਤੀ, ਤੇ ਉਹਨੇ ਬਾਅਦ ਵਿੱਚ ਪਤਾ ਕੀ ਆਖਿਆ, ਕਹਿੰਦਾ ਮੈਨੂੰ ਫੇਰ ਦੱਸੀ, ਮੈਂ ਸੁਣਿਆ ਨਹੀਂ। ਸੁਣਾਉਣ ਵਾਲੇ ਨੇ ਆਖਿਆ ਮੈਂ ਤਾਂ ਸਾਰਾ ਕੁਝ ਸੁਣਾ ਦਿੱਤਾ, ਤੂੰ ਸੁਣਿਆ ਹੀ ਨਹੀਂ। ਕਹਿੰਦਾ ਨਹੀਂ, ਮੇਰੀ ਸੁਰਤ ਕਿਤੇ ਹੋਰ ਗਈ ਹੋਈ ਸੀ, ਮੇਰੀ ਸੁਰਤ ਕਿਤੇ ਹੋਰ ਗਈ ਹੋਈ ਸੀ, ਮੇਰਾ ਧਿਆਨ ਕਿਤੇ ਹੋਰ ਸੀ, ਇਸ ਕਰਕੇ ਤੂੰ ਸੁਣਾ ਦਿੱਤਾ। ਪਰ ਕੰਨ ਭਾਵੇਂ ਮੇਰੇ ਤੇਰੇ ਕੋਲੇ ਹੀ ਸੀ, ਪਰ ਮੇਰਾ ਧਿਆਨ ਇੱਥੇ ਨਹੀਂ ਸੀ, ਤਾਂ ਮੇਰੇ ਤੋਂ ਕੁਝ ਨਹੀਂ ਪੱਲੇ ਪਿਆ, ਮੈਂ ਕੁਝ ਨਹੀਂ ਸੁਣਿਆ। ਇਸ ਕਰਕੇ ਸੁਰਤ ਦੇ ਵੀ ਨਾਲ ਗੱਲ ਕਰਦੇ ਆ ਗੁਰੂ ਸਾਹਿਬ ਜੀ, ਵੀ ਸੁਣਨਾ ਤੇ ਸੁਰਤ ਨਹੀਂ ਆ ਕੰਨਾਂ ਦੇ ਦੋ ਛੱਜੇ ਜਿਹੜੇ ਇਹਨਾਂ ਨੇ ਇਕੱਲਿਆਂ ਨੇ ਨਹੀਂ ਸੁਣਨਾ, ਸੁਰਤ ਨੇ ਨਾਲ ਸੁਣਨਾ। ਸੁਰਤ ਨੇ ਜਿਵੇਂ ਅਸੀਂ ਗੁਰੂ ਕੇ ਦਰਬਾਰ ਦੇ ਵਿੱਚ ਚੱਲ ਕਰਕੇ ਆਉਂਦੇ ਹਾਂ, ਗੁਰੂ ਕੇ ਦਰਬਾਰ ਦੇ ਵਿੱਚ ਆ ਕੇ ਤੇ ਫਿਰ ਅਸੀਂ ਗੁਰੂ ਸਾਹਿਬ ਦੇ ਪਾਸ ਪਹੁੰਚਣਾ। ਗੁਰੂ ਸਾਹਿਬ ਦੇ ਪਾਸ ਸਤਿਗੁਰੂ ਦੋਹਰੀ ਗੱਲ ਕਰਦੇ ਆ, ਅੰਮ੍ਰਿਤ ਬਾਣੀ ਦੇ ਵਿੱਚ ਦੋਹਰਾ ਭਾਵ ਰੱਖਦੇ ਆ।
ਇੱਕ ਬਾਹਰਲੇ ਕੰਨਾਂ ਦਾ ਜ਼ਿਕਰ ਹੈ, ਇੱਕ ਸੁਰਤ ਰੂਪੀ ਕੰਨਾਂ ਦਾ ਵੀ ਜ਼ਿਕਰ ਹੈ। ਸੁਰਤ ਰੂਪੀ ਮਹਾਰਾਜ ਸਾਹਿਬ ਨੇ ਆਖਿਆ ਇੱਕ ਆ ਜਿਹੜੇ ਪੈਰ ਵਾ ਜਿਹੜੇ ਸਾਨੂੰ ਤੋਰ ਕੇ ਸੰਗਤ ਵਿੱਚ ਲੈ ਆਉਂਦੇ ਆ, ਤੇ ਇੱਕ ਭਾਵ ਕੇ ਚਰਨ ਵੀ ਆ। ਭਾਵ ਕੇ ਚਰਨ, ਭਾਵਨਾ ਦੇ ਚਰਨ, ਭੈ ਦੇ ਚਰਨ। ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੈ ਸਿਆਣੀਏ ਵਕੰਤ ਮਿਲਾਵਾ ਹੋਏ। ਤੇ ਕੋਈ ਬੰਦਾ ਉਹ ਆਪਣੇ ਕਿਸੇ ਸੱਜਣ ਮਿੱਤਰ ਨੂੰ ਮਿਲਣ ਵਾਸਤੇ ਗਿਆ ਹੈ, ਉਹਦੇ ਇਕੱਲੇ ਘਰ ਨੂੰ ਹੀ ਵੇਖ ਕਰਕੇ ਘਰ ਨੂੰ ਹੀ ਮਿਲ ਕੇ ਆ ਜਾਵੇ, ਤੇ ਜਿਸ ਨੂੰ ਮਿਲਣਾ ਸੀ ਉਹਦੇ ਨਾਲ ਗੱਲ ਹੀ ਨਾ ਕਰੇ, ਫਿਰ ਉਹਦਾ ਮਿਲਾਪ ਕਿਹੋ ਜਿਹਾ ਹੋਇਆ? ਸੱਜਣ ਨੂੰ ਮਿਲਣ ਵਾਸਤੇ ਗਿਆ ਤੇ ਸੱਜਣ ਦੇ ਘਰ ਨੂੰ ਹੀ ਮਿਲ ਕੇ ਆ ਗਿਆ। ਇਹ ਮਹਾਰਾਜ ਸਾਹਿਬ ਕਹਿੰਦੇ ਵੀ ਇੱਕ ਤਾਂ ਅਸੀਂ ਸਰੀਰ ਕਰਕੇ ਚੱਲ ਕੇ ਆਉਣਾ ਗੁਰੂ ਦੇ ਘਰ ਵਿੱਚ। ਇੱਕ ਹੈ ਗੁਰੂ ਦਾ ਘਰ ਤੇ ਇੱਕ ਹੈ ਗੁਰੂ। ਗੁਰੂ ਦਾ ਘਰ ਹੈ ਗੁਰਦੁਆਰਾ ਸਾਹਿਬ, ਇੱਥੇ ਆਉਣਾ ਹੈ। ਫਿਰ ਗੁਰਦੁਆਰੇ ਸਾਹਿਬ ਆ ਕਰਕੇ ਜਿੱਥੇ ਆਪਣੇ ਇਹ ਸਥੂਲ ਸਰੀਰ ਦੇ ਸਥੂਲ ਇੰਦਰੀਏ ਸਫਲੇ ਕਰਨੇ ਆ, ਉੱਥੇ ਫਿਰ ਸੁਰਤ ਦੇ ਨਾਲ ਗੁਰੂ ਕੋਲੇ ਪਹੁੰਚਣਾ। ਗੁਰੂ ਹੈ ਸ਼ਬਦ, ਤੇ ਸ਼ਬਦ ਕੋਲੇ ਪਹੁੰਚਣਾ ਕਿੰਨੇ ਆ? ਸੁਰਤ ਨੇ। ਹਾਂ, ਇਹਨਾਂ ਇੰਦਰੀਆਂ ਨੇ ਸਹਾਇਤਾ ਜ਼ਰੂਰ ਕਰਨੀ ਹੈ। ਬਾਹਰਲੇ ਹੱਥਾਂ ਨੇ ਵੀ, ਹੱਥਾਂ ਨਾਲ ਸੇਵਾ ਕੀਤੀ ਜਾਵੇਗੀ। ਪੈਰ ਸਾਨੂੰ ਤੋਰ ਕੇ ਸੰਗਤ ਵਿੱਚ ਲਿਆਉਣਗੇ, ਅੱਖਾਂ ਨਾਲ ਅਸੀਂ ਦਰਸ਼ਨ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸੰਗਤ ਦਾ। ਕੰਨਾਂ ਦੇ ਨਾਲ ਬਾਣੀ ਸੁਣਾਂਗੇ, ਰਸਨਾ ਨਾਲ ਨਾਮ ਜਪਾਂਗੇ, ਬਾਣੀ ਪੜਾਂਗੇ। ਪਰ ਇਹਦੇ ਤੋਂ ਅੱਗੇ ਸੁਰਤ ਦੀ ਗੱਲ ਵੀ ਹੈ। ਸਿੱਧਾਂ ਨੇ ਆਖਿਆ ਮਹਾਰਾਜ ਤੁਹਾਡਾ ਗੁਰੂ ਕਿਹੜਾ? ਸਤਿਗੁਰੂ ਕਹਿੰਦੇ ਸਾਡਾ ਗੁਰੂ ਸ਼ਬਦ। ਤੇ ਚੇਲਾ ਕਿਹੜਾ? ਕਹਿੰਦੇ ਜਿਹੜੀ ਸੁਰਤ ਨੂੰ ਜੋੜਿਆ ਹੋਇਆ ਸ਼ਬਦ ਦੇ ਵਿੱਚ। ਸੁਰਤ ਚੇਲਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਜਿੱਥੇ ਸਰੀਰ ਗੁਰੂ ਉੱਥੇ ਸਰੀਰ ਚੇਲਾ, ਜਿੱਥੇ ਸ਼ਬਦ ਗੁਰੂ ਉੱਥੇ ਸੁਰਤ ਚੇਲਾ। ਇਸ ਕਰਕੇ ਸੁਰਤ ਦਾ ਮਾਰਗ ਹੈ, ਸੁਰਤੀ ਕਾ ਮਾਰਗ ਹੈ। ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿ ਰਹੇ ਆ, ਸੁਣੋ ਸਤ ਬਾਣੀ। ਇਹ ਭਾਈ ਸੱਚੀ ਬਾਣੀ ਨੂੰ ਸੁਣੋ, ਧੁਰ ਕੀ ਬਾਣੀ ਨੂੰ ਸੁਣੋ। ਤੇ ਜਦੋਂ ਸੱਚੀ ਬਾਣੀ ਨੂੰ ਸੁਣਾਂਗੇ, ਸੱਚੀ ਬਾਣੀ ਨੂੰ ਸਾਡੇ ਕੰਨ ਸੁਣਨਗੇ, ਤੇ ਬਾਣੀ ਫਿਰ ਸਾਡੇ ਅੰਦਰ ਜਾਵੇਗੀ। ਫਿਰ ਚਿੰਤਾ ਫਿਕਰ ਸਾਡੇ ਦੂਰ ਹੋ ਜਾਣਗੇ। ਕਿੰਨੇ ਤਰ੍ਹਾਂ ਦੀ ਸਾਨੂੰ ਚਿੰਤਾ ਲੱਗੀ ਹੋਈ ਹੈ, ਕਿੰਨੇ ਤਰ੍ਹਾਂ ਦਾ ਫਿਕਰ ਤੇ ਅਸੀਂ ਗ੍ਰਸਤ, ਅਸੀਂ ਰੋਗੀ ਬਣੇ ਹਾਂ। ਤੇ ਚਿੰਤਾ ਨੂੰ ਆਖਿਆ ਹੈ ਤੇ ਐਸੀ ਚਿਖਾ ਜਿਹੜੀ ਰੋਜ਼ ਸਾੜਦੀ ਹੈ। ਇੱਕ ਚਿਖਾ ਉਹ ਹੈ ਜਿਹਦੇ ਤੇ ਇੱਕ ਵਾਰੀ ਸਾਹ ਪੂਰੇ ਹੋਣ ਤੋਂ ਬੰਦਾ ਚੜ੍ਹਦਾ ਹੈ, ਅਖੀਰ ਸਾਰਿਆਂ ਨੇ ਚੜ੍ਹਨਾ ਚਿਖਾ ਦੇ ਉੱਤੇ। ਪਰ ਚਿੰਤਾ ਐਸੀ ਚਿਖਾ ਹੈ ਰੋਜ਼ ਸਾੜਦੀ ਇਨਸਾਨ ਨੂੰ, ਰੋਜ਼। ਚਿੰਤਾ ਚਿਖਾ ਬਰਾਬਰੇ, ਚਿੰਤਾ ਚਿਖਾ ਸਮਾਨ। ਚਿਖਾ ਤੇ ਜਲ ਕੇ ਬੁਝ ਗਏ, ਚਿੰਤਾ ਅਮਰ ਅਮਾਨ। ਚਿਖਾ ਕਹਿੰਦੇ ਇੱਕ ਵਾਰੀ ਜ਼ਿੰਦਗੀ 'ਚ ਸਾੜਦੀ ਹੈ, ਚਿੰਤਾ ਰੋਜ਼ 100 ਵਾਰੀ ਸਾੜਦੀ ਹੈ। ਤੇ ਇਹ ਚਿੰਤਾ ਕਿੰਨੀ ਪ੍ਰਕਾਰ ਦੀ ਲੱਗੀ ਹੋਈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਸੱਚੀ ਬਾਣੀ ਨੂੰ ਸੁਣੇਗਾ, ਸੱਚੀ ਬਾਣੀ ਤੇਰੇ ਹਿਰਦੇ ਵਿੱਚ ਆਵੇਗੀ, ਅੰਦਰ ਵਸੇਗੀ, ਤੇਰੀ ਚਿੰਤਾ ਦੂਰ ਹੋ ਜਾਵੇਗੀ, ਤੇਰਾ ਫਿਕਰ ਦੂਰ ਹੋ ਜਾਵੇਗਾ। ਤਾਂ ਹੀ ਗੁਰੂ ਸਾਹਿਬ ਨੇ ਆਖਿਆ ਰੋਜ਼ ਨਿਤਨੇਮ ਕਰ ਭਾਈ। ਸਵੇਰੇ ਬਾਣੀ ਪੜ੍ਹ, ਜਦੋਂ ਪੜ੍ਹਨੀ ਉਦੋਂ ਨਾਲ ਸੁਣਨੀ ਵੀ ਹੈ, ਪ੍ਰੇਮ ਵੀ ਰੱਖਣਾ। ਇਹ ਤਰੀਕਾ ਹੈ ਬਾਣੀ ਪੜ੍ਹਨ ਦਾ, ਗੁਰੂ ਜੀ ਨੇ ਆਪ ਦੱਸਿਆ। ਰਸਨਾ ਪੜ੍ਹੇ, ਕੰਨ ਦੋਵੇਂ ਸੁਣਨ, ਤੇ ਧਿਆਨ ਫਿਰ ਵਿੱਚ ਟਿਕੇਗਾ, ਵਿੱਚ ਪ੍ਰੇਮ ਵੀ ਹੋਏਗਾ ਤੇਰਾ। ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਵੋ। ਇਹ ਇੱਕੇ ਸਿੱਖ ਵਾਸਤੇ ਵੀ ਹੈ ਤੇ ਵੱਖਰਾ ਵੱਖਰਾ ਵੀ ਹੈ ਇਹ ਉਪਦੇਸ਼। ਮਹਾਰਾਜ ਕਹਿੰਦੇ ਜਦੋਂ ਤੂੰ ਆਪ ਗਾਉਣਾ ਹੈ, ਬਾਣੀ ਨੂੰ ਜਪਣਾ ਹੈ, ਉਦੋਂ ਤੂੰ ਆਪ ਸੁਣਨਾ ਵੀ ਹੈ, ਤੇ ਉਦੋਂ ਤੇਰਾ ਵਿੱਚ ਪ੍ਰੇਮ ਵੀ ਚਾਹੀਦਾ ਹੈ। ਪ੍ਰੇਮ ਨਾਲ ਗਾਵੇਂਗਾ, ਸਹਿਜੇ ਸਹਿਜੇ ਗਾਵੇਂਗਾ। ਜੇ ਪ੍ਰੇਮ ਨਹੀਂ ਹੋਵੇਗਾ ਤੇ ਸਿਰਫ ਕੰਮ ਪੂਰਾ ਕਰੇਗਾ, ਤੇ ਛੇਤੀ ਛੇਤੀ ਕੰਮ ਨਿਬੇੜਨਾ। ਕੰਮ ਨਿਬੇੜਨਾ ਨਹੀਂ, ਪ੍ਰੇਮ ਨਾਲ ਬਾਣੀ ਨੂੰ ਪੜ੍ਹ। ਬੱਧਾ ਚੱਟੀ ਕੋਈ ਨਹੀਂ,
ਲਗਨ ਨਾਲ, ਪ੍ਰੇਮ ਨਾਲ ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਫਿਰ ਦੁੱਖ ਤੇਰੇ ਪਰੇ ਹੋਣਗੇ, ਫਿਰ ਤੂੰ ਸੁੱਖ ਸਰੂਪ ਦੇ ਵਿੱਚ ਨਿਵਾਸ ਕਰੇਗਾ। ਇੱਕ ਮਹਾਰਾਜ ਸਾਹਿਬ ਜੀ ਨੇ ਐਸਾ ਵੀ ਬਚਨ ਕੀਤਾ ਹੈ। ਗਰੀਬ ਨਵਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ। ਇੱਕ ਥਾਂ ਤੇ ਆਖਿਆ ਗਾਵੀਐ ਸੁਣੀਐ ਮਨ ਰੱਖੀਐ ਭਾਉ। ਇੱਕ ਥਾਂ ਤੇ ਜਪਜੀ ਸਾਹਿਬ ਜੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ। ਇਹ ਤਿੰਨ ਪੜਾਅ ਵਾ, ਤਿੰਨ ਅਵਸਥਾਵਾਂ ਵਾ, ਇਹ ਤਿੰਨ ਕਲਾਸਾਂ ਵਾ। ਤੇ ਦੂਜੀ ਕਲਾਸ 'ਚ ਬੰਦਾ ਤਾਂ ਹੀ ਪਹੁੰਚ ਸਕਦਾ ਜੇ ਪਹਿਲੀ ਪੂਰੀ ਕਰੇ, ਪਹਿਲੀ ਪਾਸ ਕਰੇ। ਤੀਜੀ 'ਚ ਤਾਂ ਪਹੁੰਚ ਸਕਦਾ ਜੇ ਦੂਜੀ 'ਚੋਂ ਲੰਘੇ। ਪਹਿਲਾ ਮਾਰੇ ਕਹਿੰਦੇ ਤੈਨੂੰ ਸੁਣਨ ਦਾ ਵਾ, ਪਹਿਲਾਂ ਤੂੰ ਸੁਣ। ਧਰਮ ਦਾ ਮਾਰਗ ਸੁਣਨ ਦਾ ਮਾਰਗ ਹੈ, ਤੇ ਸੁਣਨ ਦਾ ਮਹਾਤਮ 3 ਗੁਣਾ ਜ਼ਿਆਦਾ ਹੈ। ਬਖਤੇ ਨਾਲੋਂ ਸਰੋਤੇ ਨੂੰ 3 ਗੁਣਾ ਫਲ ਜ਼ਿਆਦਾ ਮਿਲਦਾ। ਇਹਦੀ ਵਿਆਖਿਆ ਸੁਖਮਨੀ ਸਾਹਿਬ ਚ ਮਹਾਰਾਜ ਨੇ ਕੀਤੀ ਆ। ਸਤਿਗੁਰੂ ਕਹਿੰਦੇ 3 ਵਾਰੀ ਪਵਿੱਤਰ ਆਖੀਏ, 1 ਵਾਰੀ ਪੁਨੀਤ ਹੁੰਦਾ। ਆਨੰਦ ਸਾਹਿਬ ਦੇ ਅਖੀਰ ਤੇ ਜਾ ਕੇ ਮਹਾਰਾਜ ਕਹਿੰਦੇ ਆ ਸੁਣਨ ਵਾਲੇ ਪੁਨੀਤ ਹੁੰਦੇ ਆ ਤੇ ਕਹਿਣ ਵਾਲੇ ਪਵਿੱਤਰ ਹੁੰਦੇ ਆ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਨ ਵਾਲੇ ਪੁਨੀਤ, ਕਹਿਣ ਵਾਲੇ ਪਵਿੱਤਰ, ਤੇ ਪਵਿੱਤਰ ਨਾਲੋਂ 3 ਗੁਣਾ ਫਲ ਜ਼ਿਆਦਾ ਮਿਲਦਾ ਹੈ। ਸੁਣਨ ਵਾਲੇ, ਕਹਿਣ ਵਾਲਾ ਪਵਿੱਤਰ ਹੈ, ਸੁਣਨ ਵਾਲਾ ਪੁਨੀਤ ਹੈ। ਤੇ ਸੁਖਮਨੀ ਸਾਹਿਬ ਚ ਮਹਾਰਾਜ ਨੇ ਇਹਦੀ ਵਿਆਖਿਆ ਕੀਤੀ ਆ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਇਹ ਭਾਈ 3 ਵਾਰੀ ਪਵਿੱਤਰ ਕਹੀਏ ਤੇ ਫਿਰ 1 ਪੁਨੀਤ ਬਣਦਾ। ਤੇ ਸਤਿਗੁਰੂ ਕਹਿੰਦੇ ਫਿਰ ਤੈਨੂੰ ਪਹਿਲਾਂ ਸੁਣਨਾ ਪੈਣਾ। ਸੁਣ, ਮੰਨ ਤੂੰ ਤਾਂ ਸਕਦਾ ਜੇ ਪਹਿਲਾਂ ਸੁਣੇਗਾ। ਮੰਨਣ ਵਾਲੀ ਅਵਸਥਾ ਫੇਰ ਹੈ, ਪਹਿਲਾਂ ਸੁਣਨ ਵਾਲੀ। ਸੁਣਿਆ ਮੰਨਿਆ ਮਨ ਕੀਤਾ ਭਾਵੋ, ਫਿਰ ਤੀਜਾ ਮਹਾਰਾਜ ਕਹਿੰਦੇ ਤੇਰੇ ਅੰਦਰ ਪ੍ਰੇਮ ਪੈਦਾ ਹੋਵੇਗਾ। ਫਿਰ ਪ੍ਰੇਮ ਦੀ ਅਵਸਥਾ ਪ੍ਰਾਪਤ ਹੋਵੇਗੀ, ਫਿਰ ਤੂੰ ਪ੍ਰੇਮੀ ਬਣੇਗਾ। ਪਹਿਲਾਂ ਸਰੋਤਾ ਬਣੇਗਾ, ਸੁਣਨ ਵਾਲਾ। ਫਿਰ ਤੇਰੇ ਅੰਦਰ ਦ੍ਰਿੜਤਾ ਆਵੇਗੀ, ਤੂੰ ਮੰਨੇਗਾ। ਤੇ ਸੁਣਨ ਤੋਂ ਬਾਅਦ ਮੰਨਿਆ ਤੇ ਫਿਰ ਭਾਵੋ ਪ੍ਰੇਮ ਪੈਦਾ ਹੋਇਆ। ਤੇ ਫਿਰ ਅਗਲੀ ਅਵਸਥਾ ਵੀ ਆਖੀ ਮਹਾਰਾਜ ਕਹਿੰਦੇ ਅੰਤਰਗਤ ਤੀਰਥ ਮਲ ਨਾਵੋ। ਫਿਰ ਅੰਦਰ ਤੇਰੇ ਜਿਹੜਾ ਤੀਰਥ ਹੈ ਉਹਦੇ ਵਿੱਚ ਤੂੰ ਇਸ਼ਨਾਨ ਕਰੇਗਾ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ, ਜੋ ਦੇਹੀ ਦੇ ਵਿੱਚ ਹੀ ਇਸ ਦਾ ਵਿਸਰਾਮ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਕਹਿੰਦੇ ਹਨ ਕਿ ਹੇ ਸਰਵਣੋ, ਤੁਸੀਂ ਸੱਚ ਸੁਣਨ ਵਾਸਤੇ ਸਰੀਰ ਨਾਲ ਲਾਏ ਗਏ ਹੋ, ਇਸ ਕਰਕੇ ਸੱਚੀ ਬਾਣੀ ਸੁਣੋ। ਜਿਤ ਸੁਣੀ ਮਨ ਤਨ ਹਰਿਆ ਹੋਆ। ਜਿਸ ਸੱਚੀ ਬਾਣੀ ਨੂੰ ਸੁਣਨ ਦੇ ਨਾਲ ਮਨ ਵੀ ਹਰਿਆ ਹੋ ਜਾਂਦਾ ਹੈ ਤੇ ਤਨ ਵੀ ਹਰਿਆ ਹੋ ਜਾਂਦਾ ਹੈ। ਨਹੀਂ ਤੇ ਸੱਚੀ ਬਾਣੀ ਸੁਣਨ ਤੋਂ ਬਿਨਾ ਮਨ ਵੀ ਸੁੱਕ ਜਾਂਦਾ ਹੈ ਤੇ ਤਨ ਵੀ ਸੁੱਕ ਜਾਂਦਾ ਹੈ। ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ ਤਨ ਵੀ, ਤੇ ਮਨ ਵੀ ਵਿਕਾਰਾਂ ਦੇ ਫੁਰਨਿਆਂ ਵਿੱਚ ਰਹਿੰਦਾ, ਸੁੱਕ ਸੜ ਜਾਂਦੇ। ਪਰ ਵਿਗਾਸ ਹਰਿਆਵਲਤਾ ਉਸ ਵੇਲੇ ਪ੍ਰਾਪਤ ਹੁੰਦੀ ਆ ਜਿਸ ਵੇਲੇ ਸੱਚੀ ਬਾਣੀ ਨੂੰ ਸੁਣਿਆ ਜਾਂਦਾ। ਜਿਤ ਸੁਣੀ ਮਨ ਤਨ ਹਰਿਆ ਹੋ। ਜਦੋਂ ਸੁਣੀ ਧੁਰ ਕੀ ਬਾਣੀ, ਸੱਚੀ ਬਾਣੀ, ਨਾਮ ਨੂੰ ਸੁਣਿਆ ਤੇ ਮਨ ਤੇ ਤਨ ਸ਼ੁਭ ਗੁਣਾ ਦੀ ਹਰਿਆਵਲਤਾ ਦੇ ਸਹਿਤ ਹੋ ਗਿਆ। ਰਸਨਾ ਰਸ ਸਮਾਣੀ। ਫਿਰ ਜੀਵ ਦੀ ਰਸਨਾ ਨਾਮ ਦੇ ਰਸ ਨੂੰ ਲੈਂਦੀ ਹੈ ਤੇ ਨਾਮ ਦੇ ਰਸ ਵਿੱਚ ਸਮਾ ਜਾਂਦੀ ਹੈ, ਲੀਨ ਹੋਈ ਰਹਿੰਦੀ ਹੈ। ਹਰ ਵੇਲੇ ਨਾਮ ਰਸ ਦੇ ਵਿੱਚ ਸਮਾਈ ਰਹਿੰਦੀ ਹੈ ਜੀਵ ਦੀ ਰਸਨਾ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸੁਣਨ ਦਾ ਬਹੁਤ ਵੱਡਾ ਮਹਾਤਮ ਕਥਨ ਕੀਤਾ। ਸਾਧ ਸੰਗਤ ਜੀ, ਜਪਜੀ ਸਾਹਿਬ ਚ ਆਪਾਂ 4 ਪੌੜੀਆਂ ਪੜ੍ਹਦੇ ਆ ਜਿਸ ਵਿੱਚ ਨਾਮ ਨੂੰ ਸੁਣਨ ਦਾ ਹੀ ਕਥਨ ਕੀਤਾ ਗੁਰੂ ਸਾਹਿਬ ਨੇ, ਕਿ ਸੁਣ ਕੇ ਕੀ ਕੀ ਪ੍ਰਾਪਤੀ ਹੁੰਦੀ ਹੈ ਨਾਮ ਸੁਣਨ ਵਾਲਿਆਂ। ਜਦੋਂ ਕੋਈ ਇਕਾਗਰਤਾ ਨਾਲ ਸੁਣਦਾ, ਸ਼ਰਧਾ ਤੇ ਵਿਸ਼ਵਾਸ ਨਾਲ ਸੁਣਦਾ,
ਇੱਕ ਸੁਣਨਾ ਉਹ ਹੈ ਵੀ ਸਾਰੀ ਜ਼ਿੰਦਗੀ ਬੰਦੇ ਨੇ ਸੁਣਿਆ ਤੇ ਪੱਲੇ ਕੱਖ ਵੀ ਨਹੀਂ ਪਿਆ, ਉਹ ਵੀ ਸੁਣਨਾ ਹੀ ਹੈ। ਉਹਦੇ ਵਿੱਚ ਸ਼ਰਧਾ ਨਹੀਂ, ਉਹਦੇ ਵਿੱਚ ਵਿਸ਼ਵਾਸ ਨਹੀਂ। ਸੁਣਿਆ ਤੇ ਬਹੁਤ ਕੁਝ ਵਾ, ਘੰਟਿਆਂ ਬੱਧੀ ਸੁਣਿਆ, ਸਾਰੀ ਜ਼ਿੰਦਗੀ ਸੁਣਦਾ ਰਿਹਾ, ਪੱਲੇ ਕਿਉਂ ਨਹੀਂ ਕੁਝ ਪਿਆ? ਤਬਦੀਲੀ ਕਿਉਂ ਨਹੀਂ ਆਈ? ਬਦਲਾਅ ਕਿਉਂ ਨਹੀਂ ਆਇਆ? ਇੱਕ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੰਸਾਰ ਦੇ ਜੀਵਾਂ ਨੇ ਸੁਣਿਆ, ਇਤਿਹਾਸ ਭਰਿਆ ਪਿਆ ਤੇ ਜ਼ਿੰਦਗੀ 'ਚ ਤਬਦੀਲੀ ਆ ਗਈ। ਭਾਵੇਂ ਉਹ ਸੱਜਣ ਸੀ ਜਿਹਨੂੰ ਪਹਿਲਾਂ ਠੱਗ ਆਖਿਆ ਸੀ ਫਿਰ ਸੰਤ ਬਣ ਗਿਆ, ਭਾਵੇਂ ਉਹ ਭੂਮੀਆ ਸੀ ਪਹਿਲਾਂ ਚੋਰ ਸੀ ਫਿਰ ਸਾਧੂ ਬਣ ਗਿਆ, ਭਾਵੇਂ ਕੌਡਾ ਸੀ ਜਿਹਨੂੰ ਰਾਖਸ਼ ਆਖਿਆ ਫਿਰ ਦੇਵਤਾ ਬਣ ਗਿਆ। ਇੱਕ ਇੱਕ ਬਚਨ ਬਾਬਾ ਜੀ ਦਾ ਸੁਣਿਆ, ਪਰ ਸੁਣਾਉਣ ਵਾਲੇ ਗੁਰੂ ਨਾਨਕ ਸਾਹਿਬ ਸੀ। ਸੁਣਾਉਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜਾ। ਫਿਰ ਜੇ ਤਬਦੀਲੀ ਨਹੀਂ ਆ ਰਹੀ ਜੀਵਨ ਦੇ ਵਿੱਚ, ਸੁਣਿਆ ਬਹੁਤ ਕੁਝ ਹੈ, ਫਿਰ ਗੁਰੂ ਕੀ ਬਾਣੀ ਵਿੱਚ ਤਾਂ ਕੋਈ ਫਰਕ ਨਹੀਂ ਹੈ, ਗੁਰੂ ਵਿੱਚ ਤਾਂ ਕੋਈ ਫਰਕ ਨਹੀਂ ਹੈ। ਫਿਰ ਫਰਕ ਹੈ ਤੇ ਸੁਣਨ ਵਾਲੇ ਵਿੱਚ ਹੀ ਫਰਕ ਹੈ, ਕਮੀ ਹੈ ਤੇ ਸੁਣਨ ਵਾਲੇ ਵਿੱਚ ਕਮੀ ਹੈ। ਇਹਨੂੰ ਭਗਤ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਆਖਿਆ, ਉਹ ਕਹਿੰਦੇ ਸੱਚਾ ਸਤਿਗੁਰੂ ਹੈ, ਸਤਿਗੁਰਾਂ ਦਾ ਬੋਲ ਸੱਚਾ ਹੈ, ਬਾਣੀ ਸੱਚੀ ਹੈ, ਸਤਿਗੁਰਾਂ ਵਿੱਚ ਕੋਈ ਘਾਟ ਨਹੀਂ। ਭਗਤ ਜੀ ਫਿਰ ਘਾਟ ਕੀ ਦੇ ਵਿੱਚ? ਕਹਿੰਦੇ ਸਿੱਖ ਵਿੱਚ ਆ। ਕਹਿੰਦੇ ਸਿੱਖ ਸੁਣਦਾ ਹੀ ਨਹੀਂ। ਕਹਿੰਦੇ ਜੇ ਸੁਣਦਾ ਹੈ ਤੇ ਇਸ ਤਰ੍ਹਾਂ ਸੁਣਦਾ ਹੈ ਜਿਵੇਂ ਵਾਂਸ ਵਿੱਚ ਫੂਕ ਮਾਰੀਏ ਨਾ, ਇੱਕ ਪਾਸਿਓਂ ਫੂਕ ਮਾਰੀਏ ਤੇ ਵਾਂਸ ਦੇ ਦੂਸਰੇ ਪੋਰੀ ਥਾਣੀ ਦੂਸਰੇ ਪਾਸੇ ਨਿਕਲ ਜਾਂਦੀ ਵਾਂਸਰੀ ਥਾਣੀ ਫੂਕ। ਕਹਿੰਦੇ ਵੀ ਸਿੱਖ ਦੀ ਇਸ ਤਰ੍ਹਾਂ ਦੀ ਹਾਲਤ ਹੈ, ਸੁਣਦਾ ਹੈ ਤੇ ਨਾਲ ਹੀ ਪੱਲਾ ਝੜ ਜਾਂਦਾ ਹੈ, ਸਭ ਕੁਝ ਉੱਥੇ ਹੀ ਛੱਡ ਜਾਂਦਾ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗ ਗਈ, ਜਿਉ ਬਾਂਸ ਵਜਾਈਐ ਫੂਕ। ਫੂਕ ਮਾਰੀ ਦੀ ਹੈ ਨਾ ਬਾਂਸਰੀ, ਜਦੋਂ ਵਜਾਈ ਜਾਂਦੀ ਤੇ ਦੂਸਰੇ ਪਾਸੇ ਛੇਕ ਹੁੰਦਾ, ਵਿੱਚੋਂ ਖਾਲੀ ਹੁੰਦੀ ਹੈ, ਹਵਾ ਸਾਰੀ ਦੂਜੇ ਪਾਸੇ ਨਿਕਲ ਜਾਂਦੀ। ਸਿੱਖ ਨੇ ਸੁਣਿਆ ਬਹੁਤ ਕੁਝ ਪਰ ਅੰਦਰ ਨਹੀਂ ਆਪਣੇ ਵਸਾਇਆ, ਧਾਰਨ ਨਹੀਂ ਕੀਤਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਵੇਲੇ ਇਹ ਕੰਨੋ ਤੁਸੀਂ ਸੱਚੀ ਬਾਣੀ ਨੂੰ ਸੁਣੋਗੇ, ਨਾਮ ਨੂੰ ਸੁਣੋਗੇ ਤੇ ਫਿਰ ਮਨ ਤਨ ਹਰਿਆ ਹੋ ਜਾਵੇਗਾ। ਹੁਣ ਤਾਂ ਗੁਰਬਾਣੀ ਦੇ ਅਰਥਾਂ ਦੇ ਟੀਕੇ ਬਹੁਤ ਬਣ ਗਏ, ਅਨੇਕਾਂ ਗੁਰਮੁਖਾਂ ਨੇ, ਮਹਾਂਪੁਰਖਾਂ ਨੇ, ਵਿਦਵਾਨਾਂ ਨੇ ਹਜ਼ਾਰਾਂ ਟੀਕੇ ਅਸਾਧ ਸੰਗਤ ਜੀ, ਸਾਰੀ ਬਾਣੀ ਦੇ ਅਰਥਾਂ ਦੇ। ਜਪਜੀ ਸਾਹਿਬ ਦੇ ਕਿੰਨੇ ਟੀਕੇ ਹਨ, ਸਾਰੀ ਬਾਣੀ ਦੇ ਅਰਥਾਂ ਦੇ ਕਿੰਨੇ ਟੀਕੇ ਹਨ। ਪਰ ਪ੍ਰਾਤਨ ਜਿਹੜੇ ਗੁਰਸਿੱਖ ਸੀ ਨਾ, ਉਦੋਂ ਇੰਨੇ ਟੀਕੇ ਨਹੀਂ ਸੀ ਹੁੰਦੇ ਅਰਥਾਂ ਦੇ। ਜਦੋਂ ਇਤਿਹਾਸ ਪੜ੍ਹੀਏ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਿਤੇ ਆਇਆ ਇਤਿਹਾਸ ਵਿੱਚ ਜ਼ਿਕਰ ਵੀ ਗੁਰੂ ਸਾਹਿਬਾਂ ਨੇ ਕੋਈ ਟੀਕਾ ਲਿਖਾਇਆ ਹੋਵੇ? ਕਿਤੇ ਨਹੀਂ ਆਇਆ। ਧੰਨ ਗੁਰੂ ਸਾਹਿਬ ਜੀ ਜਿਸ ਵੇਲੇ ਬਾਣੀ ਦੇ ਅਰਥ ਕਰਦੇ, ਆਪਣੀ ਰਸਨਾ ਤੋਂ ਆਪ ਅਰਥ ਕਰਿਆ ਕਰਦੇ, ਬਾਣੀ ਸੁਣਾਇਆ ਕਰਦੇ ਤੇ ਆਪ ਅਰਥ ਕਰਕੇ ਵੀ ਸੁਣਾਉਂਦੇ। 10 ਪਾਤਸ਼ਾਹੀਆਂ ਨੇ ਕਥਾ ਸੁਣਾਈ ਹੈ ਗੁਰਸਿੱਖਾਂ ਨੂੰ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖ ਤੋਂ ਬਾਣੀ ਸੁਣਾਈ ਤੇ ਬਾਣੀ ਦਾ ਕੀਰਤਨ ਵੀ ਸੁਣਾਇਆ ਤੇ ਬਾਣੀ ਦੀ ਵਿਆਖਿਆ ਵੀ ਸੁਣਾਈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪਰ ਟੀਕੇ ਨਹੀਂ ਲਿਖਵਾਏ, ਇਤਿਹਾਸ ਲਿਖਵਾਇਆ ਹੈ, ਬਾਣੀ ਲਿਖਵਾਈ ਹੈ। 10ਮ ਪਾਤਸ਼ਾਹ ਜੀ ਨੇ ਜਿਸ ਵੇਲੇ ਸਾਬੋ ਕੀ ਤਲਵੰਡੀ, ਮਹਾਰਾਜ ਸਾਹਿਬ ਜੀ ਨੇ ਸਾਰੀ ਬਾਣੀ ਕੰਠੋਂ ਉਚਾਰਨ ਕਰਕੇ ਲਿਖਾਈ ਤੇ 48 ਸਿੰਘਾਂ ਨੇ ਸਾਰੀ ਬਾਣੀ ਸੁਣੀ। ਸਾਰੀ ਬਾਣੀ ਸੁਣਨ ਦੀ ਗੱਲ ਕਰ ਰਹੇ ਆਪਾਂ, ਸੁਣਨ ਦੀ। ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਓੰਕਾਰ ਤੋਂ ਲੈ ਕੇ ਰਾਗਮਾਲਾ ਦੀ ਸਮਾਪਤੀ ਤੱਕ 18 10 20 ਤੱਕ ਸਾਰੀ ਬਾਣੀ ਭਾਈ ਮਣੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਸਾਬੋ ਕੀ ਤਲਵੰਡੀ ਲਿਖਵਾਈ। ਪਿਤਾ ਨਾਵੇਂ ਪਾਤਸ਼ਾਹੀ ਦੀ ਬਾਣੀ ਚੜਾਉਣ ਵਾਲੀ ਸੀ, ਲਿਖਾਉਣ ਵਾਲੀ ਸੀ, ਉਹ ਬਾਣੀ ਵੀ ਲਿਖਵਾਈ। ਕਿਉਂਕਿ ਧੀਰ ਮੱਲੀਆਂ ਨੇ ਉਹ ਪਾਵਨ ਸਰੂਪ ਨਹੀਂ ਸੀ ਦਿੱਤਾ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਭੇਜਿਆ ਸੀ ਲਿਆਉਣ ਵਾਸਤੇ, ਨਾਲ ਸਿੰਘਾਂ ਨੂੰ ਭੇਜਿਆ ਸੀ। ਕਹਿ ਦਿੱਤਾ ਸੀ 10ਵੇਂ ਪਾਤਸ਼ਾਹ ਆਪੇ ਹੀ ਬਾਣੀ ਉਚਾਰ ਲੈਣ, ਆਪੇ ਹੀ ਲਿਖਾ ਲੈਣ। ਫਿਰ ਮਹਾਰਾਜ ਕਹਿੰਦੇ ਆਪੇ ਹੀ ਉਚਾਰ ਕੇ ਲਿਖਾਵਾਂਗੇ। ਸਾਰੀ ਬਾਣੀ ਲਿਖਾਈ ਤੇ ਰੋਜ਼ ਬਾਣੀ ਲਿਖਵਾਉਂਦੇ ਵੀ ਆ ਤੇ ਦੁਪਹਿਰੋਂ ਬਾਅਦ ਉਸ ਬਾਣੀ ਦੀ ਕਥਾ ਵੀ ਸਿੰਘਾਂ ਨੂੰ ਸੁਣਾਉਂਦੇ। ਅਨੇਕਾਂ ਸੰਗਤਾਂ ਕਥਾ ਸੁਣਦੀਆਂ, ਪਰ ਜਿਨ੍ਹਾਂ ਨੇ ਇੱਕ ਇੱਕ ਪੰਕਤੀ ਦੀ ਸਾਰੀ ਬਾਣੀ ਦੀ ਕਥਾ ਵਿਆਖਿਆ ਗੁਰੂ ਜੀ ਦੀ ਰਸਨਾ ਤੋਂ ਸਰਵਣ ਕੀਤੇ, ਉਹ 48 ਸਿੰਘ ਸਨ। 48 ਤੇ 48 ਦੇ 48 ਵਿਦੇਹ ਮੁਕਤ ਹੋਏ, ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਸਰੀਰ ਤੋਂ ਉੱਪਰ ਹੋ ਗਏ।
ਆਤਮਿਕ ਗਿਆਨੀ ਬ੍ਰਹਮ ਗਿਆਨੀ ਹੋ ਗਏ 48 ਸਿੰਘ। ਗੁਰੂ ਸਾਹਿਬ ਨੇ ਕਥਾ ਸੁਣਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤੇ ਕਿਹੋ ਜਿਹਾ ਸਮਾਂ ਹੋਵੇਗਾ ਜਿਸ ਵੇਲੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਪੰਕਤੀ ਪੜ੍ਹਦੇ ਆ ਤੇ ਉਹਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਦੇ। ਜਿਸ ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਕੀਤੀ ਤੇ ਆਪ ਬਾਣੀ ਦੀ ਕਥਾ ਕੀਤੀ ਤੇ ਫਿਰ ਦੇਹ ਮੁਕਤ ਹੋ ਗਏ, ਬ੍ਰਹਮ ਗਿਆਨ ਪ੍ਰਾਪਤ ਹੋ ਗਿਆ। ਤੇ ਸਤਿਗੁਰੂ ਜੀ ਨੇ ਫਿਰ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਟਕਸਾਲਾਂ ਤੋਰੀਆਂ। ਤੇ ਕਿਤੇ ਇਤਿਹਾਸ ਵਿੱਚ ਜ਼ਿਕਰ ਨਹੀਂ ਆਇਆ। ਉਂਝ ਕਈ ਵਾਰੀ ਸੋਚੀਦਾ ਤੇ ਹੈ ਵੀ ਮਹਾਰਾਜ ਦਾ ਹੁਕਮ ਹੈ, ਗੁਰੂ ਸਾਹਿਬ ਦਾ ਮੌਜ ਹੈ, ਆਪਾਂ ਕੀ ਕਹਿ ਸਕਦੇ ਹਾਂ। ਪਰ ਜੇ ਗੁਰੂ ਸਾਹਿਬ ਨੇ ਉਦੋਂ ਜਦੋਂ ਕਥਾ ਸੁਣਾਈ ਹੈ ਤੇ ਨਾਲ ਕਿਤੇ ਸਿੰਘਾਂ ਨੂੰ ਇਹ ਵੀ ਆਗਿਆ ਦੇ ਦਿੰਦੇ ਵੀ ਜਿਹੜੀ ਕਥਾ ਅਸੀਂ ਤੁਹਾਨੂੰ ਗੁਰਬਾਣੀ ਦੀ ਸੁਣਾਉਣ ਲੱਗੇ ਤੇ ਅਰਥ ਵੀ ਲਿਖ ਲਓ ਸਿੰਘੋ, ਤੇ ਕਿੰਨਾ ਸੌਖਾ ਹੋ ਜਾਂਦਾ ਤੇ ਕਿੰਨਾ ਆਨੰਦ ਬਣ ਜਾਂਦਾ। ਜਿਹੜੇ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਰਚਨਾ ਤੋਂ ਕਰਦੇ ਉਹ ਸਾਰੇ ਅਰਥ ਜੇ ਲਿਖੇ ਵੀ ਉਸੇ ਵੇਲੇ ਜਾਂਦੇ, ਪਰ ਲਿਖੇ ਨਹੀਂ, ਪਰ ਫਿਰ ਵੀ ਸਾਡੇ ਕੋਲੇ ਪਹੁੰਚੇ। ਮਹਾਰਾਜ ਸਾਹਿਬ ਨੂੰ ਸਿੰਘਾਂ ਨੇ ਬੇਨਤੀ ਵੀ ਕੀਤੀ ਸੀ ਲਿਖਣ ਵਾਸਤੇ। ਸਤਿਗੁਰੂ ਕਹਿੰਦੇ ਨਹੀਂ, ਬਾਣੀ ਦੀ ਅਰਥ ਬੇਨਤੀ ਆ, ਇਹ ਲਿਖੇ ਨਹੀਂ ਜਾ ਸਕਦੇ ਸਾਰੇ। ਮਹਾਰਾਜ ਫਿਰ ਕਿਵੇਂ ਕਹਿਣ ਲੱਗੇ, ਅਸੀਂ ਤੁਹਾਡੇ ਤੋਂ ਟਕਸਾਲਾਂ ਤੋਰਨੀਆਂ ਤੇ ਸੀਨਾ ਬਸੀਨਾ ਟਕਸਾਲਾਂ ਦੇ ਰਾਹੀਂ ਇਹ ਦਮਦਮੀ ਟਕਸਾਲ ਦਾ ਉੱਥੋਂ ਮੁੱਢ ਵੱਜਦਾ। ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਸ਼ਹੀਦ ਕਹਿੰਦੇ ਤੁਹਾਡੇ ਰਾਹੀਂ ਸੰਸਾਰ ਦੇ ਵਿੱਚ ਇਹ ਅਰਥ ਰਹਿਣਗੇ ਜਿਹੜੇ ਅਸੀਂ ਆਪਣੀ ਰਸਨਾ ਤੋਂ ਅਰਥ ਕੀਤੇ। ਤੁਹਾਡੇ ਰਾਹੀਂ ਇਹ ਅਰਥ ਜਿਹੜੇ ਸੰਸਾਰ ਦੇ ਵਿੱਚ ਪ੍ਰਚਲਿਤ ਹੋਣਗੇ। ਤੁਸੀਂ ਸਿੰਘੋ ਗੁਰਬਾਣੀ ਪੜ੍ਹਾਉਣੀ ਵੀ ਅੱਗੇ, ਸੰਥਿਆ ਵੀ ਕਰਾਉਣੀ, ਕਥਾ ਵੀ ਕਰਨੀ ਤੇ ਗੁਰਬਾਣੀ ਦੇ ਅਰਥ ਵੀ ਅੱਗੇ ਪ੍ਰਚਾਰਨੇ ਪ੍ਰਸਾਰਨੇ। ਉਥੋਂ ਟਕਸਾਲਾਂ ਚੱਲੀਆਂ, ਉੱਥੋਂ ਹੀ ਦਮਦਮੀ ਟਕਸਾਲ ਦੀ ਆਰੰਭਤਾ ਹੁੰਦੀ ਹੈ। ਪਰ ਉਹ ਅਰਥ ਲਿਖਾਏ ਨਹੀਂ। ਤੇ ਕਿੱਡੀ ਗੁਰੂ ਕੀ ਕਿਰਪਾ ਉਹਨਾਂ ਸਿੰਘਾਂ ਦੇ ਉੱਤੇ ਵੀ ਜਿੰਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਣੀ ਦੀ ਕਥਾ ਕੀਤੀ ਤੇ ਸਿੰਘਾਂ ਨੂੰ ਅਰਥ ਯਾਦ ਹੋ ਗਏ ਸੁਣ ਸੁਣ ਕੇ ਹੀ। ਨਾਲ ਪੁਰਾਣੇ ਜਿੰਨੇ ਸਿੰਘ ਸੀ ਉਹ ਸੁਣ ਕੇ ਹੀ ਕਥਾ ਸਿੱਖਿਆ ਕਰਦੇ ਤੇ ਸੁਣ ਕੇ ਹੀ ਅਰਥ ਯਾਦ ਹੋਇਆ ਕਰਦੇ ਸੀ। ਵੀ ਬਾਣੀ ਦੇ ਪ੍ਰੇਮ ਹੀ ਇੰਨਾ ਬਾਣੀ ਪੜ੍ਹਨ ਦੇ ਵਿੱਚ, ਬਾਣੀ ਸੁਣਨ ਦੇ ਵਿੱਚ ਵੀ ਜੋ ਸੁਣੀ ਜਾਣਾ ਉਹ ਨਾਲੋਂ ਨਾਲ ਯਾਦ ਵੀ ਹੋਈ ਜਾਣਾ, ਸਭ ਕੁਝ ਯਾਦ। ਇਸ ਕਰਕੇ ਪੁਰਾਣੇ ਗੁਰਮੁਖ ਸਿੱਖ ਵਿਦਿਆਰਥੀ ਟਕਸਾਲ ਦੇ ਉਹ ਸੁਣ ਕੇ ਹੀ ਸਾਰੀ ਕਥਾ ਸਿੱਖਦੇ ਸਨ। ਸੁਣ ਕੇ ਹੀ ਗੁਰਬਾਣੀ ਦੇ ਅਰਥ ਜਿਹੜੇ ਸਨ ਅਰਥਬੋਧ ਹੁੰਦਾ ਸੀ। ਸੁਣਨ ਦਾ ਹੀ ਅਭਿਆਸ ਇੰਨਾ ਸੀ। ਮਹਾਂਪੁਰਖਾਂ ਨੇ ਕਥਾ ਕਰਨੀ, ਸਿੰਘਾਂ ਨੇ ਪੋਥੀਆਂ ਪ੍ਰਕਾਸ਼ ਕਰਕੇ ਬੈਠਣਾ ਤੇ ਕਥਾ ਨਾਲ ਨਾਲ ਸੁਣੀ ਜਾਣੀ ਤੇ ਸੁਣ ਸੁਣ ਕੇ ਸਭ ਕੁਝ ਕੰਠ ਹੋ ਜਾਣਾ। ਬਾਣੀ ਕੰਠ, ਬਾਣੀ ਨੂੰ ਕੰਠ ਕਰਨਾ। ਤੇ ਪੁਰਾਣੇ ਸਿੰਘਾਂ ਨੂੰ ਬਾਣੀ ਕੰਠ ਵੀ ਬੇਨਤੀ ਹੋਇਆ ਕਰਦੀ ਸੀ। ਜੇਕਰ ਆਉਂਦਾ ਹੈ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਦਾ ਵੀ, ਉਹਨਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਕੰਠ ਸੀ ਉਸ ਗੁਰਮੁਖ ਨੂੰ, ਸਾਰੀ ਬਾਣੀ ਕੰਠ। ਤੇ ਆਪਣੇ ਜੀਵਨ 'ਚ ਉਹਨਾਂ ਨੇ ਚੌਂਕੜਾ ਲਾ ਕੇ ਸਾਰੀ ਬਾਣੀ ਦਾ ਕੰਠ ਪਾਠ ਵੀ ਕੀਤਾ। ਤੇ ਮਹਾਰਾਜਾ ਹੀਰਾ ਸਿੰਘ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਕੋਈ ਐਸਾ ਸਿੱਖ ਹੈ ਜਿਹੜਾ ਇੱਕੇ ਚੌਂਕੜੇ ਤੇ ਸਾਰੀ ਬਾਣੀ ਸੁਣਾ ਸਕੇ। ਤੇ ਬਾਬਾ ਨਿਹਾਲ ਸਿੰਘ ਨੇ ਉਹਨਾਂ ਨੇ ਆਖਿਆ ਕੋਈ ਸੁਣਨ ਵਾਲਾ ਹੋਵੇ ਤੇ ਸੁਣਾਉਣ ਵਾਲਾ ਵੀ ਹੋ ਜਾਵੇਗਾ। ਕਹਿੰਦੇ ਵੀ ਮੈਂ ਸੁਣਨਾ ਚਾਹੁੰਦਾ ਸਾਰੀ ਬਾਣੀ ਦਾ ਪਾਠ। ਫਿਰ ਬਾਬਾ ਨਿਹਾਲ ਸਿੰਘ ਨੇ ਸਾਰੀ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਇੱਕੇ ਚੌਂਕੜੇ ਤੇ ਸੁਣਾਇਆ ਸੀ। ਤੇ ਰਾਜੇ ਹੀਰਾ ਸਿੰਘ ਨੇ ਉਹਨਾਂ ਨੇ ਸੁਣਿਆ ਸੀ। ਫਿਰ ਜਗੀਰ ਦੇਣ ਲੱਗੇ ਸੀ, ਕੁਝ ਜ਼ਮੀਨ, ਕੁਝ ਜਾਇਦਾਦ, ਕੋਈ ਸੋਨਾ ਚਾਂਦੀ ਤੁਹਾਨੂੰ ਭੇਟ ਕਰਨਾ, ਤੁਸੀਂ ਸਾਰੀ ਬਾਣੀ ਸੁਣਾਈ ਹੈ। ਉਹਨੇ ਕਿਹਾ ਬਾਣੀ ਦੀ ਕੀਮਤ ਨਹੀਂ ਕੋਈ, ਮੈਂ ਬਾਣੀ ਵਾਸਤੇ ਕੁਝ ਲੈਣ ਵਾਸਤੇ ਨਹੀਂ ਸੁਣਾਇਆ, ਤੁਸੀਂ ਪ੍ਰੇਮ ਨਾਲ ਸੁਣਿਆ ਤੇ ਮੈਂ ਸੁਣਾ ਦਿੱਤਾ। ਫਿਰ ਪਾਲਕੀ 'ਚ ਬਿਠਾ ਕਰਕੇ ਸਰਦਾਰ ਬਾਬਾ ਨਿਹਾਲ ਸਿੰਘ ਜੀ ਨੂੰ ਤੇ ਕਹਾਰਾਂ ਤੋਂ ਪਾਲਕੀ ਚੁਕਾ ਕਰਕੇ ਤੇ ਉਹਨਾਂ ਦੇ ਘਰ ਵਿੱਚ ਛੱਡ ਕੇ ਆਏ ਸੀ। ਤੇ ਫਿਰ ਇੱਕ ਕਹਾਰ ਨੂੰ ਪਾਸੇ ਕਰਕੇ ਤੇ ਉਹ ਰਾਜੇ ਨੇ ਆਪ ਮੋਢਾ ਦੇ ਕਰਕੇ ਉਹਨਾਂ ਨੂੰ ਛੱਡ ਕੇ ਆਂਦਾ ਸੀ। ਇਹ ਮਹਾਨ ਕੋਸ਼ ਦੇ ਵਿੱਚ ਸਾਰੀ ਗਾਥਾ ਲਿਖੀ ਹੋਈ ਹੈ। ਸੁਣਨ ਦੀ ਗੱਲ, ਸਤਿਗੁਰੂ ਕਹਿੰਦੇ ਜਿਹੜਾ ਭਾਈ ਸ਼ਰਧਾ ਭਾਵਨਾ ਨਾਲ ਗੁਰੂ ਕੀ ਬਾਣੀ ਸੁਣਦਾ ਹੈ, ਨਾਮ ਸੁਣਦਾ ਹੈ ਤੇ ਹੇ ਕੰਨੋ ਫਿਰ ਮਨ ਤੇ ਤਨ ਹਰਿਆ ਹੋ ਜਾਂਦਾ ਤੇ ਰਸਨਾ ਵੀ ਰਸ ਵਿੱਚ ਸਮਾ ਜਾਂਦੀ, ਲੀਨ ਹੋ ਜਾਂਦੀ ਹੈ। ਸੱਚ ਅਲਖ ਵਿਡਾਣੀ, ਉਹ ਵਾਹਿਗੁਰੂ ਸੱਚ ਹੈ, ਅਲਖ ਹੈ, ਲਖਣ ਤੋਂ ਰਹਿਤ ਹੈ, ਵਿਡਾਣੀ ਅਸਚਰਜ ਕੌਤਕਾਂ ਵਾਲਾ ਹੈ।
ਉਹਦੇ ਅਸਚਰਜ ਕੌਤਕਾਂ ਨੂੰ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਐਸਾ ਅਸਚਰਜ ਵਿਡਾਣੀ ਕੌਤਕਾਂ ਵਾਲਾ ਹੈ। ਤਾਕੀ ਗਤ ਕਹੀ ਨਾ ਜਾਏ। ਉਸ ਵਾਹਿਗੁਰੂ ਦੀ ਗਤ ਅਵਸਥਾ ਗਤਮਿਤ ਬਿਆਨ ਨਹੀਂ ਕੀਤੀ ਜਾ ਸਕਦੀ ਹੈ, ਪ੍ਰਾਪਤੀ ਦੀ ਕੀਮਤ ਵੀ ਦੱਸੀ ਨਹੀਂ ਜਾ ਸਕਦੀ ਹੈ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿ ਹੇ ਸਰਵਣੋ, ਹੇ ਕੰਨੋ, ਮਿਰਤੂ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਉਸ ਅੰਮ੍ਰਿਤ ਨਾਮ ਨੂੰ ਸੁਣਨਾ ਕਰੋ, ਜਿਸ ਅੰਮ੍ਰਿਤ ਨਾਮ ਨੂੰ ਸੁਣ ਕਰਕੇ ਤੁਸੀਂ ਪਵਿੱਤਰ ਹੋ ਜਾਓਗੇ। ਕਿਉਂਕਿ ਝੂਠ, ਨਿੰਦਿਆ, ਚੁਗਲੀ, ਈਰਖਾ ਦੇ ਬੋਲ ਸੁਣ ਸੁਣ ਕੇ, ਸੰਸਾਰੀ ਉਸਤਤੀ ਨਿੰਦਿਆ ਸੁਣ ਸੁਣ ਕੇ ਤੁਸੀਂ ਮੈਲੇ ਹੋਏ ਪਏ ਹੋ, ਤੇ ਪਵਿੱਤਰ ਤੁਸੀਂ ਹੋਵੋਗੇ ਅੰਮ੍ਰਿਤ ਨਾਮ ਨੂੰ ਸੁਣ ਕਰਕੇ। ਸਾਚੈ ਸੁਨਨੈ ਨਾਮ ਪਠਾਏ। ਹੇ ਸਰਵਣੋ, ਹੇ ਕੰਨੋ, ਤੁਹਾਨੂੰ ਵਾਹਿਗੁਰੂ ਜੀ ਨੇ ਸਰੀਰ ਦੇ ਨਾਲ ਲਾ ਕਰਕੇ ਸੰਸਾਰ ਦੇ ਵਿੱਚ ਭੇਜਿਆ ਵਾ ਸੱਚ ਸੁਣਨ ਵਾਸਤੇ। ਇਸ ਕਰਕੇ ਤੁਸੀਂ ਸੱਚ ਸੁਣੋ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਸ ਸੱਚ ਸਰੂਪ ਵਾਹਿਗੁਰੂ ਜੀ ਦਾ ਜੋ ਸੱਚ ਸਰੂਪ ਧੁਰ ਕੀ ਬਾਣੀ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਇਹ ਸਤਿਗੁਰੂ ਜੀ ਦੀ ਸੱਚੀ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਜਿੱਥੇ ਗਾਉਣ ਵਾਸਤੇ ਹੁਕਮ ਹੈ, ਉੱਥੇ ਸੁਣਨ ਵਾਸਤੇ ਵੀ ਮਹਾਰਾਜ ਕਹਿੰਦੇ ਸੱਚੀ ਬਾਣੀ, ਸੱਚਾ ਨਾਮ ਸੁਣਨਾ ਕਰੋ। ਇਸ ਕਰਕੇ ਹੇ ਸਰਵਣੋ, ਤੁਸੀਂ ਤਾਂ ਹੀ ਪਵਿੱਤਰ ਹੋਵੋਗੇ, ਤੁਹਾਨੂੰ ਭੇਜਿਆ ਹੀ ਸੱਚ ਸੁਣਨ ਵਾਸਤੇ ਹੈ। ਤੋ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸੱਚ ਅਲਖ ਵਡਾਣੀ ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ। ਸਾਚੈ ਸੁਨਨੈ ਨੋ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।